हाँ जी स्टूडेंट्स, ਅੱਜ ਅਸੀਂ ਆਪਣੀ +2 ਕਲਾਸ ਸੈਕਸ਼ਨ ਏ ਦਾ 10ਵਾਂ ਐਸੇ ਗਦਰੀ ਬਾਬਾ ਜ਼ੀਨ ਕਾਲਾ ਪਾਣੀ ਜੇਲ੍ਹ ਜਿਸ ਨੂੰ ਕਿ ਡਾਕਟਰ ਹਰੀਸ਼ ਕੇ ਪੁਰੀ ਨੇ ਲਿਖਿਆ ਹੋਇਆ ਹੈ। ਇਸ ਚੈਪਟਰ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕਵਰ ਕਰਾਂਗੇ। ਇਹ ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਪਹਿਲਾ ਵੀਡੀਓ ਹੋਏਗਾ। ਸਟੂਡੈਂਟਸ, ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਮੈਂ +2 ਕਲਾਸ ਦੇ ਸੈਕਸ਼ਨ ਏ ਦੇ ਪਹਿਲਾਂ ਵਾਲੇ ਸਾਰੇ ਐਸੇਜ਼ ਜਿਨ੍ਹਾਂ ਦੇ ਵਿੱਚ ਹਸਨਸ ਅਟੈਂਡੈਂਸ ਪ੍ਰੋਬਲਮ, The March King, Thinking Out of the Box Lateral Thinking, On Saying Please, The Story of My Life, Two Gentlemen of Verona ਅਤੇ In Celebration of Being Alive ਇਹ ਸਾਰੇ ਚੈਪਟਰਸ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਤਾਂ ਕਰਵਾਈ ਹੀ ਹੈ। ਨਾਲ ਹੀ ਇਹਨਾਂ ਚੈਪਟਰਸ ਦੇ ਅੰਤ ਵਿੱਚ ਦਿੱਤੀਆਂ ਹੋਈਆਂ ਸਾਰੀਆਂ ਐਕਸਰਸਾਈਜ਼ਸ ਜਿਨ੍ਹਾਂ ਵਿੱਚ ਉਹਨਾਂ ਦੇ ਲੌਂਗ ਆਨਸਰ ਟਾਈਪ ਕੁਐਸਚਨਸ, ਸ਼ਾਰਟ ਆਨਸਰ ਟਾਈਪ ਕੁਐਸਚਨਸ ਅਤੇ ਗ੍ਰਾਮਰ ਐਕਸਰਸਾਈਜ਼ਸ, ਵੋਕੈਬਲਰੀ ਐਕਸਰਸਾਈਜ਼ਸ ਵਿਦ ਸੋਲੂਸ਼ਨ ਤੁਹਾਡੇ ਨਾਲ ਡਿਸਕਸ ਕੀਤੇ ਨੇ। ਉਮੀਦ ਹੈ ਕਿ ਤੁਸੀਂ ਮੇਰੇ ਸਾਰੇ ਵੀਡੀਓ ਜ਼ਰੂਰ ਦੇਖੇ ਹੋਣਗੇ। ਜੇਕਰ ਤੁਹਾਡੇ ਵੀਡੀਓ ਮਿਸ ਹੋਏ ਹਨ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ +2 ਕਲਾਸ ਦੇ ਬਣਾਏ ਹੋਏ ਵੀਡੀਓਜ਼ ਦੇ ਲਿੰਕ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ, ਜਿਸ ਉੱਤੇ ਜਾ ਕੇ ਤੁਸੀਂ ਇਹ ਸਾਰੇ ਚੈਪਟਰਸ ਦੇ ਵੀਡੀਓਜ਼ ਦੇਖ ਸਕਦੇ ਹੋ। ਸਟੂਡੈਂਟਸ, ਚੈਪਟਰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਇਸ ਚੈਪਟਰ ਦੇ ਰਾਈਟਰ ਡਾਕਟਰ ਹਰੀਸ਼ ਕੇ ਪੁਰੀ ਬਾਰੇ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ। Dr. Harish K. Puri is former professor of political science and had Dr. B.R. Ambedkar Chair at Guru Nanak Dev University, ਅੰਮ੍ਰਿਤਸਰ। ਤਾਂ ਬੱਚਿਓ, ਅੰਮ੍ਰਿਤਸਰ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ, ਤਾਂ ਉਸ ਦੇ ਡਾਕਟਰ B.R. ਅੰਬੇਦਕਰ ਚੇਅਰ ਦੇ ਇਹ ਹੈੱਡ ਰਹੇ ਨੇ ਅਤੇ ਪੋਲੀਟੀਕਲ ਸਾਇੰਸ ਦੇ ਇਹ ਫਾਰਮਰ ਪ੍ਰੋਫੈਸਰ ਵੀ ਉਸ ਯੂਨੀਵਰਸਿਟੀ ਦੇ ਵਿੱਚ ਰਹੇ ਹਨ। He has published extensively on political movements, federalism, Dalits, politics of ethnicity, caste and religion and terrorism। ਉਹਨਾਂ ਨੇ ਪ੍ਰਕਾਸ਼ਿਤ ਕੀਤੀਆਂ ਹਨ ਬਹੁਤ ਜ਼ਿਆਦਾ। ਐਕਸਟੈਂਸਿਵਲੀ ਦਾ ਮਤਲਬ ਹੁੰਦਾ ਹੈ ਬਹੁਤ ਜ਼ਿਆਦਾ, ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਉਹਨਾਂ ਨੇ ਬੁੱਕਸ ਪਬਲਿਸ਼ ਕੀਤੀਆਂ ਨੇ ਜਿਹੜੀਆਂ ਕਿ ਪੋਲੀਟੀਕਲ ਮੂਵਮੈਂਟਸ 'ਤੇ ਨੇ, ਰਾਜਨੀਤੀ ਵਿਚਾਰਧਾਰਾ 'ਤੇ ਉਹਨਾਂ ਦੀਆਂ ਕਿਤਾਬਾਂ ਛਪੀਆਂ ਨੇ, ਫੈਡਰਲਿਜ਼ਮ 'ਤੇ ਨੇ। ਨੋ ਫੈਡਰਲਿਜ਼ਮ ਦਾ ਮਤਲਬ ਹੁੰਦਾ ਹੈ ਬੱਚਿਓ ਸੰਘਵਾਦ, ਦਲਿਤ ਭਾਈਚਾਰੇ ਦੇ ਉੱਪਰ ਇਹਨਾਂ ਨੇ ਬੁੱਕਸ ਲਿਖੀਆਂ ਨੇ। ਪੋਲੀਟਿਕਸ ਆਫ ਐਥਨੀਸਿਟੀ, ਐਥਨੀਸਿਟੀ ਦਾ ਮਤਲਬ ਹੁੰਦਾ ਹੈ ਬੱਚਿਓ ਨਸਲਵਾਦ। ਇਸੇ ਤਰ੍ਹਾਂ ਇਹਨਾਂ ਨੇ ਜਾਤ ਪਾਤ ਅਤੇ ਧਰਮ ਦੇ ਉੱਪਰ ਵੀ ਇਹਨਾਂ ਨੇ ਕਿਤਾਬਾਂ ਲਿਖੀਆਂ ਨੇ ਅਤੇ ਇਹਨਾਂ ਨੇ ਟੈਰਰਿਜ਼ਮ, ਅੱਤਵਾਦ ਦੇ ਵੀ ਉੱਪਰ ਕਿਤਾਬਾਂ ਲਿਖੀਆਂ ਹਨ। ਇਸ ਤੋਂ ਅੱਗੇ ਬੱਚਿਓ ਇਹਨਾਂ ਦੀਆਂ ਲਿਖੀਆਂ ਹੋਈਆਂ ਬੁੱਕਸ ਦੇ ਨਾਮ ਹਨ। ਹਿਸ ਬੁੱਕਸ ਇਨਕਲੂਡ ਗਦਰ ਮੂਵਮੈਂਟ, ਆਈਡੀਓਲੋਜੀ, ਆਰਗੇਨਾਈਜੇਸ਼ਨ ਐਂਡ ਸਟ੍ਰੈਟਜੀ। ਤਾਂ ਬੱਚਿਓ, ਜਿਵੇਂ ਕਿ ਤੁਸੀਂ ਪਿਕ ਦੇ ਵਿੱਚ ਦੇਖ ਪਾ ਰਹੇ ਹੋ ਤਾਂ ਇਹ ਇਹਨਾਂ ਦੀ ਇੱਕ ਬੁੱਕ ਹੈ। ਇਸੇ ਤਰ੍ਹਾਂ ਇਹਨਾਂ ਦੀ ਇੱਕ ਹੋਰ ਬੁੱਕ ਹੈ ਦਲਿਤਸ ਇਨ ਰੀਜਨਲ ਕੰਟੈਕਸਟ। ਇੱਕ ਹੋਰ ਬੁੱਕ ਬੱਚਿਓ ਅੰਡਰਸਟੈਂਡਿੰਗ ਟੈਰਰਿਜ਼ਮ ਇਨ ਪੰਜਾਬ। ਇਸੇ ਤਰ੍ਹਾਂ ਬੱਚਿਓ ਇੱਕ ਇਹਨਾਂ ਦੀ ਬੁੱਕ ਹੈ ਸੋਸ਼ਲ ਐਂਡ ਪੋਲੀਟੀਕਲ ਮੂਵਮੈਂਟਸ। ਇੱਕ ਹੋਰ ਬੁੱਕ ਬੱਚਿਓ ਗਦਰ ਮੂਵਮੈਂਟ ਆ ਸ਼ਾਰਟ ਹਿਸਟਰੀ ਅਤੇ ਇੱਕ ਲਾਸਟ ਬੁੱਕ ਇਹਨਾਂ ਦੀ ਦਿੱਤੀ ਹੋਈ ਹੈ ਗਦਰ ਮੂਵਮੈਂਟ ਟੂ ਭਗਤ ਸਿੰਘ। ਤਾਂ ਬੱਚਿਓ, ਜਿਸ ਤਰ੍ਹਾਂ ਕਿ ਤੁਸੀਂ ਸਕਰੀਨ ਦੇ ਉੱਪਰ ਜਿੰਨੀਆਂ ਵੀ ਬੁੱਕਸ ਦੇਖ ਰਹੇ ਹੋ ਇਹ ਸਾਰੀਆਂ ਡਾਕਟਰ ਹਰੀਸ਼ ਕੇ ਪੁਰੀ ਨੇ ਲਿਖੀਆਂ ਹਨ। In the present extract, he gives a harrowing account of cellular jail called Kala Pani, set up by the Britishers in Andaman to isolate, punish and torture the freedom fighters of India during the early decades of the 20th century। ਹੁਣ ਜਿਹੜਾ ਸਾਨੂੰ ਬੱਚਿਓ ਚੈਪਟਰ ਹੈ ਇਹ ਇੱਕ ਤਰ੍ਹਾਂ ਦਾ ਐਕਸਟ੍ਰੈਕਟ ਹੈ। ਐਕਸਟ੍ਰੈਕਟ ਦਾ ਮਤਲਬ ਹੁੰਦਾ ਬੱਚਿਓ ਜਦੋਂ ਵੱਡੇ ਸਾਰੇ ਲੇਖ ਦੇ ਵਿੱਚੋਂ ਜਾਂ ਕਿਸੇ ਆਰਟੀਕਲ ਦੇ ਵਿੱਚੋਂ ਇੱਕ ਛੋਟਾ ਹਿੱਸਾ ਲਿਆ ਜਾਂਦਾ ਹੈ, ਉਸਨੂੰ ਅਸੀਂ ਐਕਸਟ੍ਰੈਕਟ ਕਹਿੰਦੇ ਹਾਂ। ਤਾਂ ਇਹ ਚੈਪਟਰ ਇੱਕ ਛੋਟਾ ਜਿਹਾ ਹਿੱਸਾ ਹੈ ਉਹਨਾਂ ਦੀ ਗਦਰ ਪਾਰਟੀ ਦੇ ਉੱਪਰ ਲਿਖੀ ਹੋਈ ਬੁੱਕ ਦਾ ਅਤੇ ਇਸ ਦੇ ਵਿੱਚ ਉਹਨਾਂ ਨੇ ਦੁਖਦਾਇਕ ਜ਼ਿਕਰ ਕੀਤਾ ਹੈ। ਨੋ ਹੈਰੋਇੰਗ ਦਾ ਮਤਲਬ ਹੁੰਦਾ ਬੱਚਿਓ ਪੇਨਫੁਲ, ਦੁਖਦਾਇਕ। ਤਾਂ ਇਹ ਦੁਖਦਾਇਕ ਤਜਰਬੇ ਕਿੱਥੋਂ ਦੇ ਨੇ ਜੀ? ਸੈਲੂਲਰ ਜੇਲ੍ਹ, ਜਿਸ ਨੂੰ ਕਿ ਅਸੀਂ ਕਾਲਾ ਪਾਣੀ ਜੇਲ੍ਹ ਕਹਿੰਦੇ ਹਾਂ। ਹੁਣ ਇਹ ਜਿਹੜੀ ਸੈਲੂਲਰ ਜੇਲ੍ਹ ਹੈ ਇਸ ਨੂੰ ਅੰਗਰੇਜ਼ ਲੋਕਾਂ ਨੇ ਸੈਟਅਪ ਕੀਤਾ ਸੀ। ਇਹ ਕਿੱਥੇ ਹੈ ਜੀ? ਅੰਡੇਮਾਨ ਦੇ ਵਿੱਚ। ਅਤੇ ਕਿਸ ਲਈ ਬਣਾਈ ਗਈ? ਤਾਂ ਕਿ ਇਹ ਸਾਡੇ ਜਿਹੜੇ ਭਾਰਤ ਦੇ ਫਰੀਡਮ ਫਾਈਟਰਸ ਹੋਏ ਨੇ, ਸੁਤੰਤਰਤਾ ਸੈਲਾਨੀ ਹੋਏ ਨੇ, ਉਹਨਾਂ ਨੂੰ ਇਹ ਬਾਕੀ ਭਾਰਤੀਆਂ ਨਾਲੋਂ ਵੱਖ ਕਰ ਸਕਣ, ਆਈਸੋਲੇਟ ਕਰ ਸਕਣ, ਉਹਨਾਂ ਨੂੰ ਪਨਿਸ਼ ਕਰ ਸਕਣ, ਸਜ਼ਾ ਦੇ ਸਕਣ ਅਤੇ ਉਹਨਾਂ ਨੂੰ ਟੌਰਚਰ ਕਰ ਸਕਣ, ਉਹਨਾਂ ਨੂੰ ਤਸੀਹੇ ਦੇ ਸਕਣ। ਅਤੇ ਇਹ ਸਾਰਾ ਕੰਮ ਅੰਗਰੇਜ਼ਾਂ ਨੇ ਕਦੋਂ ਕੀਤਾ? ਇਹ 20ਵੀਂ ਸਦੀ ਦੇ ਜਿਹੜੇ ਅਰਲੀ ਡੈਕੇਡਸ ਹੋਏ ਨੇ, ਸ਼ੁਰੂ ਵਾਲੇ ਡੈਕੇਡਸ ਹੋਏ ਨੇ, ਉਹਨਾਂ ਦੇ ਵਿੱਚ ਇਹ ਸਾਰਾ ਕੰਮ ਹੋਇਆ ਹੈ। ਨੋ ਡੈਕੇਡਸ ਦਾ ਮਤਲਬ ਹੁੰਦਾ ਬੱਚਿਓ 10 ਸਾਲਾਂ ਦੇ ਵਕਫੇ ਨੂੰ ਕਿਹਾ ਜਾਂਦਾ ਹੈ ਅਤੇ ਅਰਲੀ ਡੈਕੇਡਸ ਦਾ ਮਤਲਬ ਇਹ ਹੋ ਗਿਆ ਕਿ 1900 ਤੋਂ 1910 ਜਾਂ 1910 ਤੋਂ 1920 ਵਾਲਾ ਜਿਹੜਾ ਸਮਾਂ ਹੈ ਇਸ ਨੂੰ ਅਰਲੀ ਡੈਕੇਡਸ ਕਿਹਾ ਗਿਆ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ 'ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ 'ਤੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ
ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ, ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। ਰਾਈਟਰ ਹਰੀਸ਼ ਕੇ ਪੁਰੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਅਸੀਂ ਚੈਪਟਰ ਸ਼ੁਰੂ ਕਰਦੇ ਹਾਂ। ਗਦਰ ਪਾਰਟੀ ਵਾਜ਼ ਆਰਗੇਨਾਈਜ਼ਡ ਬਾਈ ਇੰਡੀਅਨ ਇਮੀਗ੍ਰੈਂਟਸ ਐਂਡ ਰੈਵੋਲੂਸ਼ਨਰੀ ਐਗਜ਼ਾਈਲਸ ਲਾਈਕ ਲਾਲਾ ਹਰਦਿਆਲ in USA and Canada in 1913 with a view to launch an armed struggle for the freedom of India by overthrowing the British rule। ਹੁਣ ਜਿਹੜੀ ਗਦਰ ਪਾਰਟੀ ਸੀ, ਇਸ ਦੀ ਸਥਾਪਨਾ ਕੀਤੀ ਗਈ ਸੀ। ਆਰਗੇਨਾਈਜ਼ ਦਾ ਮਤਲਬ ਇਸ ਨੂੰ ਸੰਗਠਿਤ ਕੀਤਾ ਗਿਆ ਸੀ ਇੰਡੀਅਨ ਇਮੀਗ੍ਰੈਂਟਸ ਦੁਆਰਾ। ਇੰਡੀਅਨ ਦਾ ਮਤਲਬ ਭਾਰਤੀ ਹੋ ਗਿਆ ਬੱਚਿਓ। ਇਮੀਗ੍ਰੈਂਟਸ ਸ਼ਬਦ ਤੇ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੂੰਗਾ। ਇਮੀਗ੍ਰੈਂਟ ਦਾ ਮਤਲਬ ਹੁੰਦਾ ਹੈ ਅਜਿਹਾ ਇਨਸਾਨ ਜੋ ਦੂਸਰੇ ਦੇਸ਼ ਵਿੱਚ ਜਾ ਕੇ ਰਹਿਣ ਲੱਗ ਜਾਂਦਾ ਤੇ ਉੱਥੇ ਦਾ ਪੱਕਾ ਵਸਨੀਕ ਬਣ ਜਾਂਦਾ ਹੈ, ਉਸ ਨੂੰ ਅਸੀਂ ਇਮੀਗ੍ਰੈਂਟ ਕਹਿੰਦੇ ਹਾਂ। ਤਾਂ ਬੱਚਿਓ ਇੱਥੇ ਦੋ ਸ਼ਬਦ ਦੇ ਵਿੱਚ ਬੱਚੇ ਬੜੇ ਕਨਫਿਊਜ਼ ਹੁੰਦੇ ਨੇ। ਇੱਕ ਹੁੰਦਾ ਹੈ ਇਮੀਗ੍ਰੈਂਟ, ਦੂਸਰਾ ਹੁੰਦਾ ਹੈ ਐਮੀਗ੍ਰੈਂਟ। ਦੋਨਾਂ ਦੇ ਵਿੱਚ ਥੋੜ੍ਹਾ ਜਿਹਾ ਸਪੈਲਿੰਗ ਦਾ ਫਰਕ ਹੈ। ਇਮੀਗ੍ਰੈਂਟ ਦੇ ਵਿੱਚ ਡਬਲ M ਪੈਂਦਾ ਹੈ ਅਤੇ ਐਮੀਗ੍ਰੈਂਟ ਦੇ ਵਿੱਚ ਸਿੰਗਲ M ਪੈਂਦਾ ਹੈ। ਅਤੇ ਇਮੀਗ੍ਰੈਂਟ I ਨਾਲ ਸ਼ੁਰੂ ਹੁੰਦਾ ਹੈ ਅਤੇ ਐਮੀਗ੍ਰੈਂਟ E ਨਾਲ ਸ਼ੁਰੂ ਹੁੰਦਾ ਹੈ। ਇਹ ਦੋਨਾਂ ਦੇ ਨਾ ਮਤਲਬ ਕਾਫੀ ਮਿਲਦੇ ਜੁਲਦੇ ਨੇ, ਤਾਂ ਦੋਨਾਂ ਦਾ ਮਤਲਬ ਸਾਨੂੰ ਸਮਝਣਾ ਚਾਹੀਦਾ ਹੈ। ਇਮੀਗ੍ਰੈਂਟ ਦਾ ਮਤਲਬ ਹੈ ਕਿ ਉਹ ਇਨਸਾਨ ਜੋ ਦੂਸਰੇ ਦੇਸ਼ ਦੇ ਵਿੱਚ ਜਾ ਕੇ ਰਹਿਣ ਲੱਗ ਜੇ, ਉਸ ਨੂੰ ਤਾਂ ਅਸੀਂ ਇਮੀਗ੍ਰੈਂਟ ਕਹਿੰਦੇ ਹਾਂ। ਐਮੀਗ੍ਰੈਂਟ ਦਾ ਮਤਲਬ ਹੁੰਦਾ ਹੈ ਜੋ ਇਨਸਾਨ ਆਪਣਾ ਨੇਟਿਵ ਦੇਸ਼ ਛੱਡ ਕੇ ਚਲਾ ਜਾਂਦਾ ਹੈ, ਆਪਣਾ ਮੁੱਢਲਾ ਦੇਸ਼, ਆਪਣਾ ਦੇਸ਼ ਜਿਸ ਦੇ ਵਿੱਚ ਉਹ ਪੈਦਾ ਹੋਇਆ, ਉਸ ਨੂੰ ਛੱਡ ਕੇ ਜਦੋਂ ਜਾਂਦਾ ਹੈ ਤਾਂ ਅਸੀਂ ਉਸ ਨੂੰ ਐਮੀਗ੍ਰੈਂਟ E ਵਾਲੇ ਨਾਲ ਦਰਸਾਉਂਦੇ ਹਾਂ। ਤਾਂ ਇਹਨਾਂ ਦੋਨਾਂ ਵਰਡਸ ਨੂੰ ਯਾਦ ਕਰਨ ਦਾ ਤਰੀਕਾ ਬੜਾ ਈਜ਼ੀ ਹੈ ਬੱਚਿਓ, ਕਿਉਂਕਿ ਇਮੀਗ੍ਰੈਂਟ I ਨਾਲ ਸ਼ੁਰੂ ਹੁੰਦਾ ਹੈ ਤਾਂ I ਤੋਂ ਹੁੰਦਾ ਹੈ ਬੱਚਿਓ ਇਨ ਦਾ ਮਤਲਬ ਹੁੰਦਾ ਹੈ ਕਿ ਕਿਸੇ ਦੇਸ਼ ਦੇ ਵਿੱਚ ਆਉਣਾ, ਕਿਸੇ ਨਵੇਂ ਦੇਸ਼ ਦੇ ਵਿੱਚ ਆਉਣਾ। ਤਾਂ ਜਦੋਂ ਕੋਈ ਨਵੇਂ ਦੇਸ਼ ਦੇ ਵਿੱਚ ਆਉਂਦਾ ਤਾਂ ਅਸੀਂ ਉਸ ਨੂੰ ਇਮੀਗ੍ਰੈਂਟ ਕਹਾਂਗੇ। ਐਮੀਗ੍ਰੈਂਟ ਦੇ ਵਿੱਚ E ਆਉਂਦਾ ਹੈ, E ਤੋਂ ਇੱਕ ਸ਼ਬਦ ਬਣਦਾ ਹੈ ਐਗਜ਼ਿਟ। ਐਗਜ਼ਿਟ ਦਾ ਮਤਲਬ ਛੱਡ ਕੇ ਜਾਣਾ। ਤਾਂ ਐਮੀਗ੍ਰੈਂਟ ਦਾ ਮਤਲਬ ਉਹ ਬੰਦਾ ਜੋ ਆਪਣਾ ਦੇਸ਼ ਛੱਡ ਕੇ ਚਲਾ ਜਾਂਦਾ ਹੈ। ਤਾਂ ਇਹਨਾਂ ਦੋਨਾਂ ਵਰਡ ਦਾ ਬੱਚਿਓ ਤੁਸੀਂ ਧਿਆਨ ਰੱਖਿਓ। ਤਾਂ ਗਦਰ ਪਾਰਟੀ ਉਹਨਾਂ ਭਾਰਤੀ ਲੋਕਾਂ ਨੇ ਸਥਾਪਿਤ ਕੀਤੀ ਸੀ ਜੋ ਕਿ ਹੋਰਾਂ ਦੇਸ਼ਾਂ ਵਿੱਚ ਜਾ ਕੇ ਵਸ ਗਏ ਸੀ, ਅਤੇ ਉਹਨਾਂ ਦੇ ਵਿੱਚ ਰੈਵੋਲੂਸ਼ਨਰੀ ਐਗਜ਼ਾਈਲਸ ਵੀ ਸ਼ਾਮਿਲ ਸੀ। ਨਾ ਰੈਵੋਲੂਸ਼ਨਰੀ ਦਾ ਮਤਲਬ ਹੁੰਦਾ ਬੱਚਿਓ ਕ੍ਰਾਂਤੀਕਾਰੀ, ਐਗਜ਼ਾਈਲਸ ਦਾ ਮਤਲਬ ਹੁੰਦਾ ਬੱਚਿਓ ਜਲਾਵਤਨੀ। ਜਲਾਵਤਨ ਦਾ ਮਤਲਬ ਉਹ ਜਿਨ੍ਹਾਂ ਨੂੰ ਆਪਣਾ ਦੇਸ਼ ਛੱਡ ਕੇ ਜਾਣ ਦਾ ਹੁਕਮ ਮਿਲ ਜਾਂਦਾ, ਉਹਨਾਂ ਨੂੰ ਸਜ਼ਾ ਮਿਲ ਜਾਂਦੀ ਹੈ, ਉਹਨਾਂ ਨੂੰ ਐਗਜ਼ਾਈਲਸ ਕਹਿੰਦੇ। ਅਤੇ ਇਹਨਾਂ ਜਲਾਵਤਨਾਂ ਦੇ ਵਿੱਚ ਕੌਣ ਸ਼ਾਮਿਲ ਸੀ ਜੀ? ਲਾਲਾ ਹਰਦਿਆਲ, ਜੋ ਕਿ USA ਅਤੇ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਇਹ ਰਹਿੰਦੇ ਸੀ। ਇਹ 1913 ਦਾ ਸਮਾਂ ਹੈ ਅਤੇ ਇਹਨਾਂ ਨੇ ਗਦਰ ਪਾਰਟੀ ਨੂੰ ਸਥਾਪਿਤ ਕੀਤਾ। ਕਿਉਂ? ਵਿਦ ਅ ਵਿਊ ਟੂ ਲਾਂਚ ਐਨ ਆਰਮਡ ਸਟਰਗਲ, ਕਿ ਉਹਨਾਂ ਨੇ ਇੱਕ ਆਰਮਡ ਸਟਰਗਲ ਸ਼ੁਰੂ ਕਰਨਾ ਹੈ ਨਾ। ਆਰਮਡ ਸਟਰਗਲ ਦਾ ਮਤਲਬ ਬੱਚੇ ਹੁੰਦਾ ਹੈ ਹਥਿਆਰਬੰਦ ਵਿਦਰੋਹ। ਆਰਮ ਦਾ ਮਤਲਬ ਹੀ ਹਥਿਆਰਬੰਦ ਹੁੰਦਾ ਹੈ। ਆਮ ਹਥਿਆਰ ਨੂੰ ਕਿਹਾ ਜਾਂਦਾ ਬੱਚਿਓ, ਤੇ ਆਰਮਡ ਉਸਦਾ ਐਡਜੈਕਟਿਵ ਹੋ ਗਿਆ ਹਥਿਆਰਬੰਦ। ਸਟਰਗਲ ਦਾ ਮਤਲਬ ਵਿਦਰੋਹ। ਇਹਨਾਂ ਨੇ ਕਿਉਂ ਸ਼ੁਰੂ ਕੀਤਾ? ਤਾਂ ਕਿ ਇਹ ਬ੍ਰਿਟਿਸ਼ ਰੂਲ ਨੂੰ ਓਵਰਥਰੋ ਕਰਨ। ਓਵਰਥਰੋ ਦਾ ਮਤਲਬ ਉਖਾੜ ਕੇ ਸੁੱਟ ਦੇਣ ਅਤੇ ਭਾਰਤ ਦੇਸ਼ ਨੂੰ ਇਹ ਆਜ਼ਾਦੀ ਦਿਲਾਉਣ। ਤਾਂ ਇਸ ਚੈਪਟਰ ਦੀ ਪਹਿਲੀ ਲਾਈਨ ਦੇ ਵਿੱਚ ਬੱਚਿਓ ਇਹੀ ਦੱਸਿਆ ਹੋਇਆ ਹੈ ਕਿ ਲਾਲਾ ਹਰਦਿਆਲ ਵਰਗੇ ਜਿਹੜੇ ਸਾਡੇ ਭਾਰਤੀ ਸੀ ਜੋ ਕਿ USA ਅਤੇ ਕੈਨੇਡਾ ਦੇ ਵਿੱਚ ਰਹਿੰਦੇ ਸੀ, ਉਹਨਾਂ ਵਰਗੇ ਭਾਰਤੀਆਂ ਨੇ, ਇੰਡੀਅਨ ਇਮੀਗ੍ਰੈਂਟਸ ਨੇ ਗਦਰ ਪਾਰਟੀ ਦੀ ਸਥਾਪਨਾ ਕੀਤੀ ਤਾਂ ਕਿ ਉਹ ਅੰਗਰੇਜ਼ ਸਰਕਾਰ ਨੂੰ ਹਥਿਆਰਬੰਦ ਵਿਦਰੋਹ ਦੇ ਨਾਲ ਉਖਾੜ ਕੇ ਸੁੱਟ ਸਕਣ ਅਤੇ ਭਾਰਤ ਨੂੰ ਆਜ਼ਾਦੀ ਦਿਲਾ ਸਕਣ। Several thousand of them returned to India for that purpose from October 1914 onwards। ਤਾਂ ਉਹਨਾਂ ਦੇ ਵਿੱਚੋਂ ਕਈ ਹਜ਼ਾਰ, several thousands, ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਵਿੱਚੋਂ ਭਾਰਤ ਵਾਪਸ ਆਏ ਇਸ ਪਰਪਸ ਦੇ ਲਈ। that purpose ਦਾ ਮਤਲਬ ਕੀ ਹੈ ਕਿ ਉਹਨਾਂ ਨੇ ਹਥਿਆਰਬੰਦ ਵਿਦਰੋਹ ਕਰਨਾ ਹੈ, ਅਤੇ ਇਹ ਅਕਤੂਬਰ 1914 ਤੋਂ ਬਾਅਦ ਸਟਾਰਟ ਹੋ ਗਿਆ। ਔਨਵਰਡ ਦਾ ਮਤਲਬ ਇਸ ਸਮੇਂ ਤੋਂ ਬਾਅਦ ਇਹਨਾਂ ਨੇ ਆਉਣਾ ਸ਼ੁਰੂ ਕਰ ਦਿੱਤਾ। ਅਤੇ ਇਹਨਾਂ ਦੇ ਵਿੱਚ ਕੌਣ-ਕੌਣ ਸ਼ਾਮਿਲ ਸੀਗੇ ਜੀ? ਬਾਬਾ ਸੋਹਣ ਸਿੰਘ ਭਕਨਾ, ਬਾਬਾ ਨਿਧਾਨ ਸਿੰਘ, ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ ਵਰ ਅਮੰਗ ਦਾ ਪ੍ਰੋਮੀਨੈਂਟ ਲੀਡਰਸ। ਅਤੇ ਇਹਨਾਂ ਦੇ ਵਿੱਚੋਂ ਇਹ ਮਸ਼ਹੂਰ ਲੀਡਰਸ ਹੋਏ ਨੇ। ਪ੍ਰੋਮੀਨੈਂਟ ਦਾ ਮਤਲਬ ਫੇਮਸ। The stipulated rebellion in February 1915 failed and a large number of them were hanged and punished to long terms of life in jails।
ਤਾਂ ਸਟਿਪੂਲੇਟਿਡ ਸ਼ਬਦ ਹੈ ਜੀ, ਇਹਦਾ ਮਤਲਬ ਹੁੰਦਾ ਹੈ ਨਿਰਧਾਰਿਤ। ਤਾਂ ਜਿਹੜੀ ਨਿਰਧਾਰਿਤ ਰੈਬੇਲੀਅਨ ਹੋਣੀ ਸੀ, ਰੈਬੇਲੀਅਨ ਵੀ ਵਿਦਰੋਹ ਨੂੰ ਕਿਹਾ ਜਾਂਦਾ ਬੱਚਿਓ, ਤਾਂ ਜਿਹੜਾ ਇਹ ਨਿਰਧਾਰਿਤ ਵਿਦਰੋਹ ਹੋਣਾ ਸੀ, ਅੰਗਰੇਜ਼ਾਂ ਦੇ ਖਿਲਾਫ ਹਥਿਆਰਬੰਦ ਵਿਦਰੋਹ ਹੋਣਾ ਸੀ, ਇਹ ਫਰਵਰੀ 1915 ਦੇ ਵਿੱਚ ਫੇਲ ਹੋ ਗਿਆ, ਅਸਫਲ ਹੋ ਗਿਆ, ਅਤੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਭਾਰਤੀਆਂ ਨੂੰ ਜੋ ਕਿ ਵਿਦੇਸ਼ਾਂ ਤੋਂ ਆਏ ਸੀ ਤੇ ਉਹ ਗਦਰ ਪਾਰਟੀ ਦੇ ਮੈਂਬਰ ਸੀ, ਵਰ ਹੈਂਗਡ, ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਅਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਲੌਂਗ ਟਰਮਸ ਆਫ ਲਾਈਫ ਮਤਲਬ ਲੰਬੀ ਉਮਰ ਕੈਦ ਦੀ ਸਜ਼ਾ ਵੀ ਦਿੱਤੀ ਗਈ। The cellular jail in Port Blair, Andaman Islands in the Bay of Bengal was rightly described as the Devil's Island। ਤਾਂ ਬੱਚਿਓ ਸਾਡੇ ਭਾਰਤ ਦੇ ਵਿੱਚ ਅੰਡੇਮਾਨ ਤੇ ਨਿਕੋਬਾਰ ਦੇ ਦੀਪ ਸਮੂਹ ਹਨ। ਤਾਂ ਬੱਚਿਓ ਜਿਵੇਂ ਕਿ ਤੁਸੀਂ ਇੰਡੀਆ ਦੇ ਮੈਪ ਦੇ ਵਿੱਚ ਦੇਖ ਪਾ ਰਹੇ ਹੋ, ਇਹ ਸਾਡੀ ਬੰਗਾਲ ਦੀ ਖਾੜੀ ਹੈ। ਬੰਗਾਲ ਦੀ ਖਾੜੀ ਦੇ ਵਿੱਚ ਇਸ ਸਾਈਡ ਤੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਹਨ। ਤਾਂ ਥੋੜਾ ਹੋਰ ਡਿਟੇਲ ਵਿੱਚ ਦੇਖਦੇ ਹਾਂ। ਤਾਂ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦਿਖਾਏ ਗਏ ਹਨ ਜੀ। ਆਹੀ ਵਾਲਾ ਹਿੱਸਾ ਇਸ ਨੂੰ ਐਨਲਾਰਜ ਕਰਕੇ ਇਸ ਤਰ੍ਹਾਂ ਦਿਖਾਇਆ ਗਿਆ ਹੈ। ਅੰਡੇਮਾਨ ਨਿਕੋਬਾਰ ਦੇ ਵਿੱਚ ਬਹੁਤ ਸਾਰੇ ਦਵੀਪ ਨੇ। ਦੀਪ ਕੀ ਹੁੰਦੇ ਨੇ? ਅਜਿਹਾ ਟਾਪੂ ਜਿਹੜਾ ਕਿ ਆਲੇ ਦੁਆਲੇ ਪਾਣੀ ਨਾਲ ਘਿਰਿਆ ਹੋਇਆ। ਤਾਂ ਜਿਹੜਾ ਵੀ ਤੁਹਾਨੂੰ ਇਹ ਸਾਰਾ ਹਿੱਸਾ ਨਜ਼ਰ ਆ ਰਿਹਾ ਹੈ ਬੱਚਿਓ, ਬਲੂ ਕਲਰ 'ਚ ਇਹ ਪਾਣੀ ਹੈ। ਅੰਡੇਮਾਨ ਨਿਕੋਬਾਰ ਦੇ ਐਕਚੁਅਲੀ 3 ਪਾਰਟ ਹੈ ਜੀ, ਨਾਰਥ ਅੰਡੇਮਾਨ, ਮਿਡਲ ਅੰਡੇਮਾਨ ਤੇ ਸਾਊਥ ਅੰਡੇਮਾਨ। ਜਿਹੜਾ ਸਾਊਥ ਅੰਡੇਮਾਨ ਹੈ ਉਸ ਦੇ ਵਿੱਚ ਪੋਰਟ ਬਲੇਅਰ ਪੈਂਦਾ ਹੈ ਇਸ ਜਗ੍ਹਾ ਤੇ। ਇਸ ਪੋਰਟ ਬਲੇਅਰ ਦੇ ਵਿੱਚ ਹੀ ਇਹ ਸੈਲੂਲਰ ਜੇਲ੍ਹ ਹੈ ਜਿਸ ਦਾ ਕਿ ਇਹਨਾਂ ਲਾਈਨਸ ਦੇ ਵਿੱਚ ਜ਼ਿਕਰ ਆਇਆ ਹੈ। ਤਾਂ ਸਟੂਡੈਂਟ ਸੈਲੂਲਰ ਜੇਲ੍ਹ ਦੇ ਬਾਰੇ ਤੁਹਾਡੀ ਗਲੋਸਰੀ ਦੇ ਵਿੱਚ ਵੀ ਜਾਣਕਾਰੀ ਦਿੱਤੀ ਗਈ ਹੈ। ਤਾਂ ਤੁਹਾਨੂੰ ਜਿਵੇਂ ਕਿ ਪਤਾ ਹੈ ਬੱਚਿਓ ਕਿ ਚੈਪਟਰ ਦੇ ਐਂਡ ਦੇ ਵਿੱਚ ਗਲੋਸਰੀ ਹੁੰਦੀ ਹੈ ਤੇ ਉਸ ਦੇ ਵਿੱਚ ਬਹੁਤ ਸਾਰੇ ਵਰਡ ਦੀ ਐਕਸਪਲੇਨੇਸ਼ਨ ਦਿੱਤੀ ਹੁੰਦੀ ਹੈ। ਤਾਂ ਮੈਂ ਨਾਲ ਤੁਹਾਡੇ ਉਹ ਵਰਡ ਦੀ ਐਕਸਪਲੇਨੇਸ਼ਨ ਵੀ ਸ਼ੋ ਕੀਤੀ ਹੈ ਤਾਂ ਕਿ ਆਪਾਂ ਚੈਪਟਰ ਦੇ ਵਿੱਚ ਆਏ ਵਰਡਸ ਚੰਗੀ ਤਰ੍ਹਾਂ ਸਮਝ ਪਾਈਏ। ਤਾਂ ਪਹਿਲੇ ਨੰਬਰ ਤੇ ਸੈਲੂਲਰ ਜੇਲ੍ਹ ਦੇ ਬਾਰੇ ਲਿਖਿਆ ਹੋਇਆ ਹੈ ਜੀ ਕਿ ਅ ਜੇਲ ਵੇਅਰ ਸਿੰਗਲ ਪ੍ਰਿਜ਼ਨਰਸ ਵਰ ਫੋਰਸਡ ਟੂ ਸਟੇ ਇਨ ਸੋਲਿਟਰੀ ਸਮਾਲ ਰੂਮਸ ਨੇਮਡ ਕਾਲਕੋਟਰੀਜ਼ ਬਾਈ ਦਾ ਪੀਪਲ। ਤਾਂ ਬੱਚਿਓ ਜਿਵੇਂ ਕਿ ਤੁਹਾਨੂੰ ਪਿਕ ਦੇ ਵਿੱਚ ਸੈਲੂਲਰ ਜੇਲ੍ਹ ਦਿਖ ਰਹੀ ਹੈ, ਇਹ ਉਹੀ ਜੇਲ੍ਹ ਹੈ ਜਿਸ ਦਾ ਕਿ ਪਹਿਲਾਂ ਮੈਂ ਤੁਹਾਨੂੰ ਜ਼ਿਕਰ ਕੀਤਾ ਹੈ, ਜੋ ਕਿ ਅੰਡੇਮਾਨ ਦੀਪ ਸਮੂਹ ਦੇ ਵਿੱਚ ਪੋਰਟ ਬਲੇਅਰ ਵਾਲੀ ਜਗ੍ਹਾ ਤੇ ਸਥਿਤ ਹੈ। ਪੋਰਟ ਬਲੇਅਰ ਅੰਡੇਮਾਨ ਨਿਕੋਬਾਰ ਦੀਪ ਸਮੂਹ ਦੀ ਰਾਜਧਾਨੀ ਵੀ ਹੈ। ਤਾਂ ਇਹ ਇੱਕ ਅਜਿਹੀ ਜੇਲ੍ਹ ਹੈ ਜਿੱਥੇ ਕਿ ਕੈਦੀਆਂ ਨੂੰ ਜ਼ਬਰੀ ਤੌਰ ਤੇ ਰੱਖਿਆ ਜਾਂਦਾ ਸੀ, ਇਕੱਲੇ ਛੋਟੇ ਰੂਮਸ ਦੇ ਵਿੱਚ, ਜਿਨ੍ਹਾਂ ਨੂੰ ਕਿ ਕਾਲ ਕੋਠੜੀਜ਼ ਕਿਹਾ ਜਾਂਦਾ ਸੀ। ਜਿਵੇਂ ਕਿ ਤੁਸੀਂ ਪਿਕ ਦੇ ਵਿੱਚ ਵੀ ਬੱਚਿਓ ਦੇਖ ਪਾ ਰਹੇ ਹੋ, ਇੱਥੇ ਇਹ ਕੈਦੀਆਂ ਨੂੰ ਰੱਖਿਆ ਜਾਂਦਾ ਸੀ। ਦਿਸ ਜੇਲ ਕੰਸਿਸਟਡ ਆਫ 690 ਸੈਲਸ। ਤਾਂ ਇਸ ਜੇਲ੍ਹ ਦੇ ਵਿੱਚ ਇਸ ਤਰ੍ਹਾਂ ਦੇ 690 ਸੈੱਲ ਸੀ। ਜਿਵੇਂ ਕਿ ਤੁਹਾਨੂੰ ਇਹ ਪਿਕ ਦੇ ਵਿੱਚ ਇੱਕ ਸੈੱਲ ਦਿਖ ਰਿਹਾ ਹੈ, ਤਾਂ ਸੈੱਲ ਇੱਕ ਕੀ ਹੈ? ਇੱਕ ਛੋਟਾ ਜਿਹਾ ਕਮਰਾ ਹੈ। ਤਾਂ ਇੱਦਾਂ ਦੇ ਕਮਰੇ 690 ਕਮਰੇ ਸੀਗੇ ਜੀ ਇਸ ਪੂਰੀ ਜੇਲ੍ਹ ਦੇ ਵਿੱਚ। ਈਚ ਸੈੱਲ ਮੈਂਟ ਫॉर वन ਪ੍ਰਿਜ਼ਨਰ ਵਾਜ਼ 13 feet by 7 feet and was closed from all sides except the iron door। ਹਰ ਇੱਕ ਜਿਹੜਾ ਇਹ ਕਾਲ ਕੋਠੜੀ ਜਿਸ ਨੂੰ ਕਿ ਸੈੱਲ ਕਿਹਾ ਗਿਆ ਹੈ, ਇਸ ਦੇ ਵਿੱਚ ਇੱਕ ਪ੍ਰਿਜ਼ਨਰ, ਇੱਕ ਕੈਦੀ ਨੂੰ ਰੱਖਿਆ ਜਾਂਦਾ ਸੀ। ਇਹ ਜਿਹੜਾ ਕਮਰਾ ਸੀ ਇਹ 13 feet by 7 feet ਸੀ, ਮਤਲਬ 13 ਬਾਏ 7 ਦਾ ਕਮਰਾ ਸੀ ਫੀਟ ਦੇ ਵਿੱਚ, ਬਹੁਤ ਹੀ ਛੋਟਾ ਜਿਹਾ ਕਮਰਾ ਸੀ। ਅਤੇ ਇਹ ਚਾਰੇ ਪਾਸਿਓਂ ਕਲੋਜ਼ ਸੀ, ਕਲੋਜ਼ਡ ਫਰੋਮ ਆਲ ਸਾਈਡ, ਚਾਰੇ ਪਾਸਿਓਂ ਦੀਵਾਰਾਂ ਹੀ ਦੀਵਾਰਾਂ ਸੀ, ਐਕਸੈਪਟ ਦਾ ਆਇਰਨ ਡੋਰ। ਸਿਰਫ ਇੱਕ ਇਸ ਦੇ ਦਰਵਾਜ਼ਾ ਲੱਗਿਆ ਸੀ, ਉਹ ਵੀ ਲੋਹੇ ਦਾ ਦਰਵਾਜ਼ਾ ਲੱਗਿਆ ਸੀ। ਯਾਨੀ ਕਿ ਇੰਨੀ ਜ਼ਿਆਦਾ ਮੁਸ਼ਕਲ ਹਾਲਾਤਾਂ ਦੇ ਵਿੱਚ ਇੱਥੇ ਕੈਦੀਆਂ ਨੂੰ ਰੱਖਿਆ ਗਿਆ, ਸਾਡੀ ਗਦਰ ਪਾਰਟੀ ਦੇ ਮੈਂਬਰਾਂ ਨੂੰ ਇੱਥੇ ਰੱਖਿਆ ਗਿਆ। ਅਤੇ ਜਿਵੇਂ ਕਿ ਬੱਚੇ ਮੈਂ ਤੁਹਾਨੂੰ ਦੱਸਿਆ ਹੈ ਕਿ ਜਿਹੜੀ ਸੈਲੂਲਰ ਜੇਲ੍ਹ ਹੈ ਇਹ ਪੋਰਟ ਬਲੇਅਰ ਅੰਡੇਮਾਨ ਟਾਪੂ ਦੇ ਉੱਪਰ ਸਥਿਤ ਹੈ। ਅਤੇ ਇਹ ਅੰਡੇਮਾਨ ਆਈਲੈਂਡਸ ਕਿੱਥੇ ਨੇ ਜੀ? ਬੇ ਆਫ ਬੰਗਾਲ, ਜਿਸ ਨੂੰ ਕਿ ਅਸੀਂ ਬੰਗਾਲ ਦੀ ਖਾੜੀ ਵੀ ਕਹਿੰਦੇ ਹਾਂ। ਅਤੇ ਇਸ ਸੈਲੂਲਰ ਜੇਲ੍ਹ ਨੂੰ ਦਾ ਡੈਵਿਲਸ ਆਈਲੈਂਡ ਵੀ ਕਿਹਾ ਜਾਂਦਾ ਹੈ। ਇਹ ਜੇਲ੍ਹ ਜੋ ਤੁਸੀਂ ਪਿਕ ਦੇ ਵਿੱਚ ਦੇਖ ਪਾ ਰਹੇ ਹੋ, ਇਸ ਨੂੰ ਡੈਵਿਲਸ ਆਈਲੈਂਡ ਕਿਹਾ ਜਾਂਦਾ ਹੈ। ਡੈਵਿਲ ਦਾ ਮਤਲਬ ਕੀ ਹੁੰਦਾ ਜੀ? ਸ਼ੈਤਾਨ। ਤੇ ਆਈਲੈਂਡ ਦਾ ਮਤਲਬ ਹੁੰਦਾ ਟਾਪੂ। ਤਾਂ ਸ਼ੈਤਾਨ ਦਾ ਟਾਪੂ, ਦਾ ਡੈਵਿਲਸ ਆਈਲੈਂਡ, ਇਸ ਜੇਲ੍ਹ ਨੂੰ ਕਿਹਾ ਜਾਂਦਾ ਸੀ। ਮਤਲਬ ਕਿ ਅਜਿਹਾ ਟਾਪੂ ਜਿਸ ਦੇ ਉੱਪਰ ਸ਼ੈਤਾਨ ਵਸਦੇ ਨੇ, ਇਸ ਤਰ੍ਹਾਂ ਦੇ ਨਾਮ ਨਾਲ ਇਸ ਨੂੰ ਪੁਕਾਰਿਆ ਜਾਂਦਾ ਸੀ। ਇਟ ਵਾਜ਼ ਆਲਸੋ ਕਾਲਡ ਕਾਲਾ ਪਾਣੀ ਜੇਲ੍ਹ। ਇਸ ਨੂੰ ਕਾਲਾ ਪਾਣੀ ਜੇਲ੍ਹ ਵੀ ਕਿਹਾ ਜਾਂਦਾ ਹੈ। ਸਾਡੇ ਸੁਤੰਤਰਤਾ ਸੰਗਰਾਮੀ ਹੋਏ ਨੇ ਜਿਹੜੇ ਕਿ ਆਪਣੇ ਨਾਮ ਦੇ ਪਿੱਛੇ ਕਾਲਾ ਪਾਣੀ ਲਾਉਂਦੇ ਸੀ, ਕਿਉਂਕਿ ਉਹ ਇਸ ਜੇਲ੍ਹ ਦੇ ਵਿੱਚ ਜਾ ਕੇ ਰਹੇ ਹੋਏ ਸੀ, ਇਸੇ ਕਰਕੇ ਉਹ ਆਪਣੇ ਨਾਮ ਦੇ ਪਿੱਛੇ ਕਾਲਾ ਪਾਣੀ ਲਗਾਉਂਦੇ ਸੀ। ਐਕਚੁਅਲੀ ਇਹ ਕਾਲਾ ਪਾਣੀ ਜੇਲ੍ਹ ਇਹੀ ਵਾਲੀ ਸੈਲੂਲਰ ਜੇਲ੍ਹ ਹੈ। ਇਨੀਸ਼ੀਅਲੀ ਦਾ penal colony was created to isolate and torture for life the rebels of the Ghadar mutiny of 1857 and other hardened criminals। ਸ਼ੁਰੂਆਤ ਦੇ ਵਿੱਚ ਇਹ ਜਿਹੜੀ ਪੀਨਲ ਕਲੋਨੀ ਸੀ ਨਾ, ਉਹ ਪੀਨਲ ਕਲੋਨੀ ਨੂੰ ਤੁਹਾਡੀ ਫੇਰ ਗਲੋਸਰੀ ਦੇ ਵਿੱਚ ਦੱਸਿਆ ਗਿਆ ਬੱਚਿਓ। ਤਾਂ ਇਹਦਾ ਮਤਲਬ ਹੈ ਕਿ a colony away from the mainland treated for punishment for life given to the rebels or hardened criminals।
ਤਾਂ ਪੀਨਲ ਦਾ ਮਤਲਬ ਤਾਂ ਵੈਸੇ ਬੱਚੇ ਹੁੰਦਾ ਹੈ ਸਜ਼ਾ। ਤਾਂ ਪੀਨਲ ਕਲੋਨੀ ਦਾ ਮਤਲਬ ਹੋ ਗਿਆ ਇੱਕ ਅਜਿਹੀ ਕਲੋਨੀ ਜਿੱਥੇ ਕਿ ਸਜ਼ਾ ਦਿੱਤੀ ਜਾਵੇ ਕਾਫੀ ਜਣਿਆਂ ਨੂੰ ਰੱਖ ਕੇ। ਤਾਂ ਇਹਦਾ ਮਤਲਬ ਇਹੀ ਹੋਇਆ ਕਿ ਇੱਕ ਅਜਿਹੀ ਕਲੋਨੀ ਜਿਹੜੀ ਕਿ ਮੇਨਲੈਂਡ ਤੋਂ ਦੂਰ ਹੈ। ਨਾ ਮੇਨਲੈਂਡ ਦਾ ਮਤਲਬ ਹੁੰਦਾ ਹੈ ਕਿ ਜਿੱਥੇ ਆਮ ਲੋਕ ਵਸਦੇ ਨੇ, ਉਸ ਜਗ੍ਹਾ ਤੋਂ ਦੂਰ ਹੁੰਦੀ ਹੈ ਅਤੇ ਇਹ ਕਲੋਨੀ ਸਪੈਸ਼ਲ ਤੌਰ 'ਤੇ ਬਣਾਈ ਜਾਂਦੀ ਹੈ, ਕ੍ਰੀਏਟ ਕੀਤੀ ਜਾਂਦੀ ਹੈ ਸਜ਼ਾ ਦੇ ਲਈ। ਉਮਰ ਕੈਦ ਦੀ ਸਜ਼ਾ ਦੇਣ ਦੇ ਲਈ ਇਹ ਕਲੋਨੀ ਬਣਾਈ ਜਾਂਦੀ ਹੈ। ਅਤੇ ਆਮ ਤੌਰ 'ਤੇ ਇੱਥੇ ਕੌਣ ਰੱਖੇ ਜਾਂਦੇ ਨੇ ਜੀ? ਰੈਬਲਸ ਉਹੀ ਵਿਦਰੋਹੀ ਜਾਂ ਹਾਰਡਨਡ ਕ੍ਰਿਮੀਨਲਸ, ਖਤਰਨਾਕ ਅਪਰਾਧੀ ਹੁੰਦੇ ਨੇ, ਉਹਨਾਂ ਨੂੰ ਇੱਥੇ ਰੱਖਿਆ ਜਾਂਦਾ ਹੈ। ਅਸਲ 'ਚ ਸ਼ੁਰੂਆਤ ਦੇ ਵਿੱਚ ਇਹ ਜਿਹੜੀ ਪੀਨਲ ਕਲੋਨੀ ਸੀ, ਇਹ 1857 ਈਸਵੀ ਦੇ ਵਿੱਚ ਜਿਹੜੀ ਗਦਰ ਹੋਈ ਸੀ, ਮਿਊਟਨੀ ਹੋਈ ਸੀ, ਜਿਸ ਨੂੰ ਕਿ ਅਸੀਂ ਆਜ਼ਾਦੀ ਦੀ ਪਹਿਲੀ ਲੜਾਈ ਵੀ ਕਹਿੰਦੇ ਹਾਂ। ਤਾਂ ਇਸ ਲੜਾਈ ਦੇ ਵਿੱਚ ਜਿਹੜੇ ਭਾਰਤੀਆਂ ਨੇ ਭਾਗ ਲਿਆ ਸੀ, ਵਿਦਰੋਹੀਆਂ ਨੇ ਭਾਗ ਲਿਆ ਸੀ, ਉਹਨਾਂ ਨੂੰ ਟੌਰਚਰ ਕਰਨ ਦੇ ਲਈ, ਉਹਨਾਂ ਨੂੰ ਤਸੀਹੇ ਦੇਣ ਦੇ ਲਈ ਅਤੇ ਆਈਸੋਲੇਟ ਸ਼ਬਦ ਪਹਿਲਾਂ ਵੀ ਦੱਸਿਆ ਸੀ ਕਿ ਬਾਕੀ ਲੋਕਾਂ ਨਾਲੋਂ, ਸਮਾਜ ਨਾਲੋਂ ਵੱਖ ਕਰਕੇ ਉਹਨਾਂ ਨੂੰ ਰੱਖਿਆ ਜਾਂਦਾ ਸੀ। ਤਾਂ ਸਮਾਜ ਨਾਲੋਂ ਵੱਖ ਕਰਕੇ ਰੱਖਣ ਦੇ ਲਈ ਇਹ ਜਿਹੜੀ ਪੀਨਲ ਕਲੋਨੀ ਬਣਾਈ ਗਈ ਸੀ। The newly constructed jail was opened in 1906, ਪਰ ਇਸ ਜੇਲ੍ਹ ਨੂੰ ਥੋੜਾ ਜਿਹਾ ਹੋਰ ਨਵਾਂ ਰੂਪ ਦੇ ਦਿੱਤਾ ਗਿਆ। ਇਸੇ ਸੈਲੂਲਰ ਜੇਲ੍ਹ ਦੀ ਗੱਲ ਹੋ ਰਹੀ ਹੈ ਅਤੇ ਇਸ ਨੂੰ ਫਿਰ ਦੁਬਾਰਾ ਖੋਲ੍ਹਿਆ ਗਿਆ 1906 ਈਸਵੀ ਦੇ ਵਿੱਚ। ਇਸ ਨੂੰ ਨਵਾਂ ਰੂਪ ਦੇ ਕੇ 1906 ਈਸਵੀ ਦੇ ਵਿੱਚ ਖੋਲ੍ਹਿਆ ਗਿਆ। Bengali revolutionaries convicted in Alipur conspiracy case were the first group of 27 political prisoners brought there, followed by others of the Nasi conspiracy case such as V.D. Savarkar and his brother Ganesh Savarkar। ਬੰਗਾਲੀ ਕ੍ਰਾਂਤੀਕਾਰੀਆਂ ਨੂੰ ਅਲੀਪੁਰ ਕੌਂਸਪੀਰੇਸੀ ਕੇਸ ਦੇ ਵਿੱਚ ਦੋਸ਼ੀ ਮੰਨਿਆ ਗਿਆ ਸੀ। ਤਾਂ ਇਹ ਉਹਨਾਂ 27 ਰਾਜਨੀਤਿਕ ਅਪਰਾਧੀਆਂ ਦਾ ਪਹਿਲਾ ਗਰੁੱਪ ਸੀ ਜਿਨ੍ਹਾਂ ਨੂੰ ਕਿ ਬ੍ਰੌਡ ਦੇਅਰ ਉੱਥੇ ਲਿਆਂਦਾ ਗਿਆ। ਮਤਲਬ ਸਭ ਤੋਂ ਪਹਿਲਾਂ ਜਦੋਂ 1906 ਦੇ ਵਿੱਚ ਇਹ ਜੇਲ੍ਹ ਓਪਨ ਕੀਤੀ ਗਈ ਤਾਂ 27 ਰਾਜਨੀਤਿਕ ਅਪਰਾਧੀ ਜਿਹੜੇ ਕਿ ਅਲੀਪੁਰ ਕੌਂਸਪੀਰੇਸੀ ਕੇਸ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਸੀ। ਜ਼ਿਆਦਾਤਰ ਇਹ ਬੰਗਾਲੀ ਰੈਵੋਲੂਸ਼ਨਰੀ ਸੀਗੇ, ਬੰਗਾਲ ਦੇ ਰਹਿਣ ਵਾਲੇ ਸੀ ਕ੍ਰਾਂਤੀਕਾਰੀ, ਉਹਨਾਂ ਨੂੰ ਉੱਥੇ ਲਿਆਂਦਾ ਗਿਆ। ਫੋਲੋਡ ਬਾਏ ਅਦਰਸ ਆਫ ਦਾ ਨਾਸੀ ਕੌਂਸਪੀਰੇਸੀ ਕੇਸ। ਉਸ ਤੋਂ ਬਾਅਦ ਫੋਲੋਡ ਬਾਏ ਦਾ ਮਤਲਬ ਉਸ ਤੋਂ ਬਾਅਦ ਫਿਰ ਨਾਸੀ ਕੌਂਸਪੀਰੇਸੀ ਕੇਸ ਦੇ ਵਿੱਚ ਜਿਹੜੇ ਦੋਸ਼ੀ ਮੰਨੇ ਗਏ ਸੀ ਉਹਨਾਂ ਨੂੰ ਉੱਥੇ ਲਿਆਂਦਾ ਗਿਆ ਸੀ ਕੁਝ ਭਾਰਤੀਆਂ ਨੂੰ, ਜਿਨ੍ਹਾਂ ਦੇ ਵਿੱਚ V.D. ਸਾਵਰਕਰ ਅਤੇ ਉਹਨਾਂ ਦੇ ਭਰਾ ਗਣੇਸ਼ ਸਾਵਰਕਰ ਸ਼ਾਮਿਲ ਸੀ। ਤਾਂ ਬੱਚਿਓ ਇਸ ਲਾਈਨ ਦੇ ਵਿੱਚ ਇੱਕ ਵਰਡ ਆਇਆ ਕੌਂਸਪੀਰੇਸੀ। ਤਾਂ ਕੌਂਸਪੀਰੇਸੀ ਸ਼ਬਦ ਤੁਹਾਡੀ ਗਲੋਸਰੀ 'ਚ ਲਿਖਿਆ ਹੋਇਆ ਹੈ। ਇਟਸ ਅ ਨਾਊਨ। ਇਹਦਾ ਮਤਲਬ ਹੈ ਅ ਸੀਕ੍ਰੇਟ ਪਲਾਨ ਬਾਏ ਅ ਗਰੁੱਪ ਆਫ ਪੀਪਲ ਟੂ ਡੂ ਸਮਥਿੰਗ ਹਾਰਮਫੁਲ ਔਰ ਇਲੀਗਲ। ਤਾਂ ਇੱਕ ਅਜਿਹਾ ਭੇਦ ਭਰਿਆ ਪਲਾਨ ਜੋ ਕਿ ਕੁਝ ਗਰੁੱਪ ਆਫ ਪੀਪਲ ਦੁਆਰਾ, ਕੁਝ ਲੋਕਾਂ ਦੇ ਗਰੁੱਪ ਦੁਆਰਾ, ਸਮੂਹ ਦੁਆਰਾ ਕੀਤਾ ਜਾਂਦਾ ਹੈ ਅਤੇ ਆਮ ਤੌਰ 'ਤੇ ਜਿਹੜਾ ਕੰਮ ਹੁੰਦਾ ਹੈ ਇਹ ਹਾਰਮਫੁਲ ਹੁੰਦਾ ਹੈ, ਨੁਕਸਾਨਦਾਇਕ ਹੁੰਦਾ ਹੈ ਅਤੇ ਇਲੀਗਲ ਹੁੰਦਾ ਹੈ, ਗੈਰ ਕਾਨੂੰਨੀ ਹੁੰਦਾ। ਤਾਂ ਜਦੋਂ ਬੰਦੇ ਅਜਿਹਾ ਕੰਮ ਕਰਦੇ ਨੇ ਤਾਂ ਇਸ ਤਰ੍ਹਾਂ ਦੇ ਪਲਾਨ ਨੂੰ ਅਸੀਂ ਕੌਂਸਪੀਰੇਸੀ ਕਹਿੰਦੇ ਹਾਂ। ਤਾਂ ਬੱਚਿਓ ਇਸੇ ਲਾਈਨ ਦੇ ਵਿੱਚ ਨਾਸਿਕ ਕੌਂਸਪੀਰੇਸੀ ਕੇਸ ਵੀ ਆਇਆ ਜਿਸ ਦੇ ਬਾਰੇ ਗਲੋਸਰੀ ਦੇ ਵਿੱਚ ਦੱਸਿਆ ਗਿਆ। 1910 ਈਸਵੀ ਦੇ ਵਿੱਚ ਇਹ ਕੇਸ ਹੋਇਆ ਸੀ। ਨਾਸਿਕ ਇੱਕ ਸ਼ਹਿਰ ਦਾ ਨਾਮ ਹੈ, ਉੱਥੇ ਇਹ ਕੇਸ ਚੱਲਿਆ ਸੀ। ਇਸ ਕੇਸ ਕੀ ਹੋਇਆ? ਦਾ ਕੇਸ ਇਨ ਵਿਚ ਗਣੇਸ਼ ਦਾਮੋਦਰ ਸਾਵਰਕਰ, ਐਲਡਰ ਬ੍ਰਦਰ ਆਫ V.D. ਸਾਵਰਕਰ, ਵਾਜ਼ ਟਰਾਈਡ ਫॉर ਵੇਜਿੰਗ ਅ ਵਾਰ ਅਗੇਂਸਟ ਦਾ ਕਿੰਗ ਐਂਪਰਰ। ਜਿਹੜੇ ਕਿੰਗ ਐਂਪਰਰ ਸੀਗੇ ਉਸ ਸਮੇਂ ਇੰਗਲੈਂਡ ਦੇ ਕਿੰਗ ਐਂਪਰਰ ਮਤਲਬ ਮਹਾਰਾਜੇ ਸੀਗੇ, ਉਹਨਾਂ ਦੇ ਖਿਲਾਫ ਲੜਾਈ ਸ਼ੁਰੂ ਕਰਨ ਦੇ ਲਈ V.D. ਸਾਵਰਕਰ ਦੇ ਵੱਡੇ ਬ੍ਰਦਰ G.D. ਸਾਵਰਕਰ, ਗਣੇਸ਼ ਦਾਮੋਦਰ ਸਾਵਰਕਰ ਦੇ ਖਿਲਾਫ ਕੇਸ ਚੱਲਿਆ ਸੀ। Later, a number of his other comrades were tried as a part of the same conspiracy। ਅਤੇ ਬਾਅਦ ਵਿੱਚ ਉਹਨਾਂ ਦੇ ਕੁਝ ਹੋਰ ਸਾਥੀ, comrades ਦਾ ਮਤਲਬ ਇੱਥੇ ਬੱਚਿਓ ਸਾਥੀ, ਕੁਝ ਹੋਰ ਸਾਥੀਆਂ ਨੂੰ ਵੀ ਇਸ ਕੌਂਸਪੀਰੇਸੀ ਦੇ ਵਿੱਚ ਅਭਿਯੁਕਤ ਬਣਾਇਆ ਗਿਆ ਸੀ, ਦੋਸ਼ੀ ਕਰਾਰ ਦਿੱਤਾ ਗਿਆ ਸੀ। ਤਾਂ ਬੱਚਿਓ ਇਹਨਾਂ ਲਾਈਨਾਂ ਦੇ ਵਿੱਚ ਹੀ ਇੱਕ ਸਾਡੇ ਮਹਾਨ ਭਾਰਤੀ ਕ੍ਰਾਂਤੀਕਾਰੀ ਦਾ ਨਾਮ ਹੈ ਜਿਸ ਦਾ ਨਾਮ ਹੈ ਜੀ V.D. ਸਾਵਰਕਰ। ਤਾਂ ਇਹਨਾਂ ਦੇ ਬਾਰੇ ਵੀ ਗਲੋਸਰੀ ਦੇ ਵਿੱਚ ਲਿਖਿਆ ਹੋਇਆ ਜੀ। V.D. ਸਾਵਰਕਰ ਵਿਨਾਇਕ ਦਾਮੋਦਰ ਸਾਵਰਕਰ ਇਹਨਾਂ ਦਾ ਪੂਰਾ ਨਾਮ ਸੀ। ਹੀ ਵਾਜ਼ ਅ ਪ੍ਰੋਮੀਨੈਂਟ ਰੈਵੋਲੂਸ਼ਨਰੀ ਬੇਸਡ ਇਨ ਲੰਡਨ ਫਰੋਮ 1905 ਟੂ 1910। ਤਾਂ 1905 ਤੋਂ 1910 ਦੇ ਵਿੱਚ ਇਹ ਲੰਡਨ ਦੇ ਵਿੱਚ ਰਹਿ ਕੇ ਇਹਨਾਂ ਨੇ ਆਜ਼ਾਦੀ ਦੀ ਲੜਾਈ ਜਾਰੀ ਰੱਖੀ। ਇੱਕ ਬਹੁਤ ਹੀ ਮਸ਼ਹੂਰ ਕ੍ਰਾਂਤੀਕਾਰੀ ਵਜੋਂ ਸਾਹਮਣੇ ਆਏ। ਹਿਸ ਬੁੱਕ ਔਨ ਦੀ ਰਿਵੋਲਟ ਆਫ 1857 ਟਾਈਟਲਡ ਇੰਡੀਅਨ ਵਾਰ ਆਫ ਇੰਡੀਪੈਂਡੈਂਸ 1857 became a ਬਾਈਬਲ ਫॉर the revolutionaries at that time। ਤਾਂ ਇਹਨਾਂ ਨੇ 1857 ਦੇ ਵਿਦਰੋਹ ਤੇ ਇੱਕ ਬੁੱਕ ਲਿਖੀ ਸੀ ਜਿਸ ਦਾ ਕਿ ਨਾਮ ਸੀ ਇੰਡੀਅਨ ਵਾਰ ਆਫ ਇੰਡੀਪੈਂਡੈਂਸ 1857। ਤਾਂ ਇਹ ਉਸ ਸਮੇਂ ਦੇ ਜਿਹੜੇ ਕ੍ਰਾਂਤੀਕਾਰੀ ਸੀ ਉਹਨਾਂ ਦੇ ਲਈ ਬਾਈਬਲ ਦਾ ਕੰਮ ਕਰਦੀ ਸੀ। ਹੀ ਵਾਜ਼ ਕਨਵਿਕਟਡ ਇਨ 1911। 1911 ਦੇ ਵਿੱਚ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਪਨਿਸ਼ ਟੂ ਡਿਪੋਰਟੇਸ਼ਨ ਫॉर ਲਾਈਫ ਅਤੇ ਇਹਨਾਂ ਨੂੰ ਉਮਰ ਭਰ ਕੈਦ ਦੀ ਸਜ਼ਾ ਹੋ ਗਈ। ਐਂਡ ਵਾਜ਼ ਸੈਂਟ ਟੂ ਅੰਡੇਮਾਨ ਜੇਲ੍ਹ ਅਤੇ ਇਹਨਾਂ ਨੂੰ ਇਸੇ ਜੇਲ੍ਹ ਦੇ ਵਿੱਚ, ਸੈਲੂਲਰ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀ।
The Gadarites, Gadri Babas, constituted the largest single group of political prisoners sentenced to transportation for life. 40 of them, convicted in the Lahore conspiracy case, were brought there in December 1915. ਤਾਂ ਇਸ ਤੋਂ ਬਾਅਦ ਫਿਰ ਗਦਰੀ ਬਾਬਿਆਂ ਨੂੰ ਫੜ ਕੇ ਇੱਥੇ ਲਿਆਂਦਾ ਗਿਆ ਜੀ, ਜਿਨ੍ਹਾਂ ਨੂੰ ਕਿ ਇੰਗਲਿਸ਼ ਦੇ ਵਿੱਚ ਗਦਰਾਈਟਸ ਕਿਹਾ ਗਿਆ, ਪੰਜਾਬੀ 'ਚ ਅਸੀਂ ਉਸ ਨੂੰ ਗਦਰੀ ਬਾਬਾ ਕਹਿੰਦੇ ਹਾਂ, ਜੋ ਕਿ ਸਾਡੇ ਚੈਪਟਰ ਦੇ ਨਾਮ ਦੇ ਵਿੱਚ ਵੀ ਆਉਂਦਾ ਹੈ। ਤਾਂ ਇਹ ਸਭ ਤੋਂ ਵੱਡਾ ਗਰੁੱਪ ਸੀਗਾ ਜੀ, ਲਾਰਜੈਸਟ ਸਿੰਗਲ ਗਰੁੱਪ ਸੀਗਾ ਪੋਲੀਟੀਕਲ ਪ੍ਰਿਜ਼ਨਰਸ ਦਾ, ਉਹੀ ਰਾਜਨੀਤਿਕ ਅਪਰਾਧੀਆਂ ਦਾ, ਜਿਹੜਾ ਕਿ ਗਦਰੀ ਬਾਬਿਆਂ ਦਾ ਬਣਿਆ ਸੀ, ਜਿਸ ਨੂੰ ਕਿ ਸੈਲੂਲਰ ਜੇਲ੍ਹ ਦੇ ਵਿੱਚ ਲੈ ਕੇ ਆਇਆ ਗਿਆ। ਸੈਂਟੈਂਸ ਟੂ ਟਰਾਂਸਪੋਰਟੇਸ਼ਨ, ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਜੀ, ਤੇ ਇੱਥੇ ਲੈ ਕੇ ਆਇਆ ਗਿਆ ਸੀ। 40 ਆਫ ਦੈਮ, ਉਹਨਾਂ ਦੇ ਵਿੱਚੋਂ 40 ਜਿਹੜੇ ਸੀ ਉਹ ਲਾਹੌਰ ਕੌਂਸਪੀਰੇਸੀ ਕੇਸ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਸੀ। ਕਨਵਿਕਟਡ ਦਾ ਮਤਲਬ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਅਭਿਯੁਕਤ ਹੋਣਾ, ਦੋਸ਼ੀ ਕਰਾਰ ਦੇਣਾ, ਅਤੇ ਇਹਨਾਂ ਨੂੰ ਦਸੰਬਰ 1915 ਦੇ ਵਿੱਚ ਇੱਥੇ ਲਿਆਂਦਾ ਗਿਆ। ਇੱਥੇ ਫਿਰ ਇੱਕ ਕੇਸ ਦਾ ਜ਼ਿਕਰ ਆਇਆ ਜੀ, ਉਸਦਾ ਨਾਮ ਹੈ ਲਾਹੌਰ ਕੌਂਸਪੀਰੇਸੀ ਕੇਸ, ਜਿਸ ਦੇ ਵਿੱਚ ਗਲੋਸਰੀ ਦੇ ਵਿੱਚ ਸਾਨੂੰ ਦੱਸਿਆ ਗਿਆ, ਦ ਗਦਰਾਈਟਸ ਵਰ ਟਰਾਈਡ ਇਨ ਅ ਸੀਰੀਜ਼ ਆਫ ਕੌਂਸਪੀਰੇਸੀ ਕੇਸਿਸ ਵਿਚ ਕੇਮ ਟੂ ਬੀ ਨੋਨ ਐਜ਼ ਲਾਹੌਰ ਕੌਂਸਪੀਰੇਸੀ ਕੇਸ 1915, ਸਪਲੀਮੈਂਟਰੀ ਲਾਹੌਰ ਕੌਂਸਪੀਰੇਸੀ ਕੇਸ, ਐਂਡ ਲੇਟਰ ਸੈਕਿੰਡ, ਥਰਡ ਐਂਡ ਫੋਰਥ ਸਪਲੀਮੈਂਟਰੀ ਲਾਹੌਰ ਕੌਂਸਪੀਰੇਸੀ ਕੇਸਿਸ। ਤਾਂ ਜਿਹੜੇ ਗਦਰੀ ਬਾਬੇ ਸੀ, ਇਹਨਾਂ ਦੇ ਉੱਪਰ ਜਿਹੜਾ ਕੇਸ ਚੱਲਿਆ ਉਹ ਲਾਹੌਰ ਕੌਂਸਪੀਰੇਸੀ ਕੇਸ ਦੇ ਨਾਂ ਨਾਲ ਮਸ਼ਹੂਰ ਹੋਇਆ ਸੀ। ਤੇ ਇਹ ਕੇਸ ਇੱਕ ਵਾਰੀ ਨਹੀਂ ਚੱਲਿਆ, ਜਿਵੇਂ ਕਿ ਇੱਥੇ ਦੱਸਿਆ ਹੋਇਆ ਕਿ ਸਪਲੀਮੈਂਟਰੀ ਇਹਨਾਂ ਤੋਂ ਬਾਅਦ ਵੀ ਚੱਲਦੇ ਰਹੇ, ਸੈਕਿੰਡ, ਥਰਡ ਐਂਡ ਫੋਰਥ ਸਪਲੀਮੈਂਟਰੀ ਲਾਹੌਰ ਕੌਂਸਪੀਰੇਸੀ ਕੇਸਿਸ ਵੀ ਚੱਲਦੇ ਰਹੇ। ਤਾਂ ਬਹੁਤ ਸਾਰੇ ਗਦਰੀ ਬਾਬਿਆਂ ਦੇ ਉੱਪਰ ਲਾਹੌਰ ਕੌਂਸਪੀਰੇਸੀ ਕੇਸ ਚੱਲਿਆ, ਅਤੇ ਉਹਨਾਂ ਦੇ ਉੱਪਰ ਇਹ ਕੇਸ ਚਲਾ ਕੇ ਉਹਨਾਂ ਨੂੰ ਦੋਸ਼ੀ ਕਰਾਰ ਦੇ ਕੇ ਸੈਲੂਲਰ ਜੇਲ੍ਹ ਪੋਰਟ ਬਲੇਅਰ ਦੇ ਵਿੱਚ ਲਿਆਂਦਾ ਗਿਆ। ਮੋਰ ਦੈਨ 30 ਫਰੋਮ ਦਾ ਲਾਹੌਰ ਸਪਲੀਮੈਂਟਰੀ ਕੌਂਸਪੀਰੇਸੀ ਕੇਸ ਐਂਡ ਮੈਂਡਲੇ ਕੌਂਸਪੀਰੇਸੀ ਕੇਸ ਫੋਲੋਡ ਲੇਟਰ। ਉਸ ਤੋਂ ਬਾਅਦ 30 ਹੋਰ ਲਾਹੌਰ ਸਪਲੀਮੈਂਟਰੀ ਕੌਂਸਪੀਰੇਸੀ ਕੇਸ ਅਤੇ ਮੈਂਡਲੇ ਕੌਂਸਪੀਰੇਸੀ ਕੇਸ ਦੇ ਵਿੱਚ ਜੋ ਦੋਸ਼ੀ ਬਣੇ ਸੀ, ਉਹਨਾਂ ਨੂੰ ਇੱਥੇ ਲਿਆਂਦਾ ਗਿਆ ਫੋਲੋਡ ਲੇਟਰ। ਤਾਂ ਬੱਚਿਓ, ਇਸ ਲਾਈਨ ਦੇ ਵਿੱਚ ਇੱਕ ਹੋਰ ਕੇਸ ਦਾ ਨਾਮ ਹੈ ਮੈਂਡਲੇ ਕੌਂਸਪੀਰੇਸੀ ਕੇਸ। ਤਾਂ ਗਲੋਸਰੀ ਦੇ ਵਿੱਚ ਇਸ ਦਾ ਵੀ ਜ਼ਿਕਰ ਹੈ, ਤਾਂ ਆਪਾਂ ਦੇਖ ਲੈਂਦੇ ਹਾਂ ਕਿ ਆਲਸੋ ਨੋਨ ਐਜ਼ ਬਰਮਾ ਕੌਂਸਪੀਰੇਸੀ ਕੇਸਿਸ ਇਨ ਵਿਚ ਗਦਰ ਰੈਵੋਲੂਸ਼ਨਰੀਜ਼ ਅਰੈਸਟਡ ਇਨ ਬਰਮਾ ਐਂਡ ਸਿਆਮ ਥਾਈਲੈਂਡ ਵਰ ਟਰਾਈਡ ਫॉर ਕੰਸਪਾਇਰਿੰਗ ਟੂ ਓਵਰਥਰੋ ਦਾ ਬ੍ਰਿਟਿਸ਼ ਗਵਰਨਮੈਂਟ ਇਨ ਇੰਡੀਆ। ਤਾਂ ਇਹ ਜਿਹੜਾ ਮੈਂਡਲੇ ਕੌਂਸਪੀਰੇਸੀ ਕੇਸ ਹੈ ਬੱਚਿਓ, ਇਹ ਭਾਰਤ ਤੋਂ ਬਾਹਰ ਚੱਲਿਆ ਸੀ, ਦੋ ਦੇਸ਼ਾਂ ਦੇ ਵਿੱਚ ਚੱਲਿਆ ਸੀ, ਇੱਕ ਬਰਮਾ ਤੇ ਇੱਕ ਥਾਈਲੈਂਡ ਜਿਸ ਨੂੰ ਕਿ ਉਸ ਸਮੇਂ ਸਿਆਮ ਕਿਹਾ ਜਾਂਦਾ ਸੀ। ਤਾਂ ਇਹਨਾਂ ਦੇ ਵਿੱਚ ਜਿਹੜੇ ਗਦਰੀ ਬਾਬੇ ਫੜੇ ਗਏ ਸੀ, ਤੇ ਇਹਨਾਂ ਦੇ ਉੱਪਰ ਇਹ ਵਾਲਾ ਕੇਸ ਚੱਲਿਆ ਸੀ, ਜਿਸ ਨੂੰ ਕਿ ਮੈਂਡਲੇ ਕੌਂਸਪੀਰੇਸੀ ਕੇਸ ਕਿਹਾ ਜਾਂਦਾ ਹੈ। ਅਤੇ ਇਹਨਾਂ ਦੇ ਉੱਪਰ ਚਾਰਜ ਇਹੀ ਲੱਗਿਆ ਸੀ ਕਿ ਇਹਨਾਂ ਨੇ ਭਾਰਤ ਦੇ ਵਿੱਚ ਮੌਜੂਦ ਜਿਹੜੀ ਅੰਗਰੇਜ਼ ਸਰਕਾਰ ਹੈ ਉਸ ਨੂੰ ਓਵਰਥਰੋ ਕਰਨ ਦੇ ਲਈ ਉਸ ਨੂੰ ਉਖਾੜ ਫੇਂਕਣ ਦਾ ਕੰਮ ਕੀਤਾ ਸੀ। Unlike the other group of revolutionary prisoners, many among the Gadar prisoners were quite old. ਬਾਕੀ ਜਿਹੜੇ ਕ੍ਰਾਂਤੀਕਾਰੀ ਕੈਦੀਆਂ ਦੇ ਗਰੁੱਪ ਸੀਗੇ, ਉਹਨਾਂ ਦੀ ਤਰ੍ਹਾਂ ਨਾ ਹੋ ਕੇ ਗਦਰ ਪਾਰਟੀ ਦੇ ਜਿਹੜੇ ਕੈਦੀ ਸੀ, ਉਹਨਾਂ ਵਿੱਚੋਂ ਕਈ ਕਾਫੀ ਜ਼ਿਆਦਾ ਓਲਡ ਸੀ, ਮਤਲਬ ਬਜ਼ੁਰਗ ਸੀਗੇ। ਇਹਦਾ ਮਤਲਬ ਇਹ ਹੋਇਆ ਕਿ ਜਿਹੜੇ ਬਾਕੀ ਦੇ ਕ੍ਰਾਂਤੀਕਾਰੀ ਆਏ ਸੀਗੇ ਹੋਰਾਂ ਗਰੁੱਪਾਂ ਦੇ ਵਿੱਚ, ਉਹਨਾਂ ਦੇ ਵਿੱਚ ਕਾਫੀ ਯੰਗ ਕ੍ਰਾਂਤੀਕਾਰੀ ਆਏ ਸੀ, ਪਰ ਗਦਰੀ ਬਾਬਿਆਂ ਦੇ ਵਿੱਚੋਂ ਜ਼ਿਆਦਾਤਰ ਬਜ਼ੁਰਗ ਸੀਗੇ। ਨਿਦਾਨ ਸਿੰਘ was 60 years old, Keher Singh 62, Kala Singh 55, Gurdit Singh 50, and a large number of them, including Baba Sohan Singh Pakna, were 45 years and above. ਹੁਣ ਇਹਨਾਂ ਦੇ ਵਿੱਚੋਂ ਇਹ ਜਿਹੜੇ ਗਦਰੀ ਬਾਬੇ ਆਏ ਸੀ, ਇਹਨਾਂ ਦੇ ਨਾਮ ਨੇ ਜੀ। ਇਹਨਾਂ ਚੋਂ ਇੱਕ ਸੀ ਜੀ ਨਿਧਾਨ ਸਿੰਘ, ਜੋ ਕਿ 60 ਸਾਲਾਂ ਦੇ ਸੀ। ਇਸ ਤਰ੍ਹਾਂ ਕੇਹਰ ਸਿੰਘ 62 ਸਾਲਾਂ ਦੇ, ਕਾਲਾ ਸਿੰਘ 55 ਸਾਲਾਂ ਦੇ, ਗੁਰਦੀਪ ਸਿੰਘ 50 ਸਾਲਾਂ ਦੇ, ਅਤੇ ਉਹਨਾਂ ਦੇ ਵਿੱਚੋਂ ਕਾਫੀ ਜ਼ਿਆਦਾ ਅ ਲਾਰਜ ਨੰਬਰ ਦਾ ਮਤਲਬ ਕਾਫੀ ਜ਼ਿਆਦਾ, ਇਨਕਲੂਡਿੰਗ ਉਹਨਾਂ ਦੇ ਵਿੱਚ ਬਾਬਾ ਸੋਹਣ ਸਿੰਘ ਭਕਨਾ ਵੀ ਸੀ। ਉਹਨਾਂ ਦੀ ਉਮਰ 45 ਸਾਲ ਜਾਂ ਇਸ ਤੋਂ ਉੱਪਰ ਸੀ। They were therefore addressed as Babas with respect. ਇਸ ਕਰਕੇ ਉਹਨਾਂ ਨੂੰ ਬਾਬਾ ਕਹਿ ਕੇ ਬੁਲਾਇਆ ਜਾਂਦਾ ਸੀ ਆਦਰ ਸਤਿਕਾਰ ਵਜੋਂ। ਤਾਂ ਬੱਚਿਓ, ਸਾਡੇ ਚੈਪਟਰ ਦਾ ਨਾਮ ਵੀ ਗਦਰੀ ਬਾਬਾ ਜ਼ੀਨ ਕਾਲਾ ਪਾਣੀ ਜੇਲ੍ਹ ਹੈ। ਤਾਂ ਹੁਣ ਸਾਨੂੰ ਕਲੀਅਰ ਹੋ ਗਿਆ ਕਿ ਇਹਨਾਂ ਨੂੰ ਗਦਰੀ ਬਾਬਾ ਕਿਉਂ ਕਿਹਾ ਜਾਂਦਾ ਸੀ, ਕਿਉਂਕਿ ਇਹਨਾਂ ਦੀ ਉਮਰ ਕਾਫੀ ਜ਼ਿਆਦਾ ਸੀ। ਹੁਣ ਜਿਵੇਂ ਕਿ ਲਿਖਿਆ ਹੋਇਆ ਹੈ ਕਿ ਗਦਰੀ ਬਾਬਿਆਂ ਦੇ ਵਿੱਚੋਂ ਬਹੁਤ ਸਾਰਿਆਂ ਦੀ ਉਮਰ 45 ਸਾਲ ਤੋਂ ਜ਼ਿਆਦਾ ਸੀ। ਉਹਨਾਂ ਦੇ ਨਾਮ ਵੀ ਸਾਨੂੰ ਦਿੱਤੇ ਗਏ ਨੇ, ਇਹਨਾਂ ਦੀ ਤੁਸੀਂ ਪਿਕ ਵੀ ਦੇਖ ਪਾ ਰਹੇ ਹੋ। Given the highly inclement weather, the area infested with mosquitoes and blood-sucking leeches, and thoroughly bad and inadequate food, many were frequently sick with dysentery, high fever, tuberculosis and asthma. ਹੁਣ ਉੱਥੇ ਦਾ ਜਿਹੜਾ ਵਾਤਾਵਰਨ ਸੀ ਬੱਚਿਓ, ਬਹੁਤ ਹੀ ਜ਼ਿਆਦਾ ਇਨਕਲੀਮੈਂਟ ਵੈਦਰ ਟਾਈਪ ਦਾ ਸੀ। ਇਨਕਲੀਮੈਂਟ ਦਾ ਮਤਲਬ ਤੁਹਾਡੇ ਇੱਥੇ ਗਲੋਸਰੀ 'ਚ ਲਿਖਿਆ ਹੋਇਆ ਹੈ not pleasant, cold, wet, ਜਿਹੜਾ ਕਿ ਵਧੀਆ ਨਹੀਂ ਹੁੰਦਾ, ਠੰਡਾ ਜਿਹਾ ਹੁੰਦਾ ਹੈ, ਨਮੀ ਭਰਿਆ ਹੁੰਦਾ। ਤਾਂ ਇਸ ਤਰ੍ਹਾਂ ਦਾ ਵੈਦਰ ਸੀ, ਅਤੇ ਇਸ ਤਰ੍ਹਾਂ ਦੇ ਵੈਦਰ ਦੇ ਵਿੱਚ ਰਹਿਣਾ ਕੋਈ ਸੌਖਾ ਕੰਮ ਨਹੀਂ ਹੈ। ਹੁਣ ਇਹ ਏਰੀਆ ਇਨਫੈਸਟਡ ਵਿਦ ਮੋਸਕੀਟੋਜ਼ ਹੈ। ਇਨਫੈਸਟਡ ਵਿਦ ਵੀ ਤੁਹਾਡੇ ਗਲੋਸਰੀ 'ਚ ਲਿਖਿਆ, ਜਿਸ ਦਾ ਮਤਲਬ ਹੈ ਫੁੱਲ ਆਫ। ਜਦੋਂ ਕੋਈ ਚੀਜ਼ ਭਰੀ ਹੁੰਦੀ ਹੈ ਤਾਂ ਅਸੀਂ ਉਸ ਨੂੰ ਇਨਫੈਸਟਡ ਵਿਦ ਕਹਿੰਦੇ ਹਾਂ। ਅਤੇ ਇੱਕ ਗੱਲ ਦਾ ਖਿਆਲ ਰੱਖਣਾ ਬੱਚਿਓ, ਇਨਫੈਸਟਡ ਦੇ ਨਾਲ ਹਮੇਸ਼ਾ ਵਿਦ ਪ੍ਰੈਪੋਜੀਸ਼ਨ ਆਉਂਦੀ ਹੈ। ਅਤੇ ਉਹਨਾਂ ਦੇ ਵਿੱਚੋਂ
ਕਈ ਬਹੁਤ ਹੀ ਜਲਦੀ ਬਿਮਾਰ ਹੋ ਜਾਂਦੇ ਸੀ, ਫ੍ਰੀਕੁਐਂਟਲੀ ਸਿਕ ਐਂਡ ਡਿਸੈਂਟਰੀ, ਅਤੇ ਉਹਨਾਂ ਨੂੰ ਡਿਸੈਂਟਰੀ ਹੋ ਜਾਂਦੀ ਸੀ। ਨਾਓ ਡਿਸੈਂਟਰੀ ਦਾ ਮਤਲਬ ਵੀ ਇੱਥੇ ਦੱਸਿਆ ਹੋਇਆ ਹੈ ਕਿ ਐਨ ਇਨਫੈਕਸ਼ਨ ਆਫ ਦਾ ਬਾਉਲਸ ਦੈਟ ਕਾਜ਼ਿਜ਼ ਸੀਵੀਅਰ ਡਾਇਰੀਆ ਵਿਦ ਲੋਸ ਆਫ ਬਲੱਡ। ਤਾਂ ਡਿਸੈਂਟਰੀ ਬੱਚਿਓ ਐਕਚੁਅਲੀ ਪੇਚਿਸ਼ ਨੂੰ ਕਿਹਾ ਜਾਂਦਾ ਹੈ, ਪੇਚਿਸ ਦੀ ਬਿਮਾਰੀ ਨੂੰ ਕਿਹਾ ਜਾਂਦਾ ਹੈ। ਅਤੇ ਇਸ ਦੇ ਵਿੱਚ ਕੀ ਹੁੰਦੀ ਹੈ ਕਿ ਬਾਉਲਸ ਦੀ ਇਨਫੈਕਸ਼ਨ ਹੋ ਜਾਂਦੀ ਹੈ ਬੱਚਿਓ, ਆਂਤੜੀਆਂ ਦੀ ਇਨਫੈਕਸ਼ਨ ਹੋ ਜਾਂਦੀ ਹੈ। ਬਾਉਲਸ ਦਾ ਮਤਲਬ ਆਂਤੜੀਆਂ ਤਾਂ ਹੁੰਦਾ ਹੈ, ਤਾਂ ਉਸ ਦੇ ਨਾਲ ਡਾਇਰੀਆ ਹੋ ਜਾਂਦਾ ਹੈ, ਦਸਤ ਲੱਗ ਜਾਂਦੇ ਹੈ ਅਤੇ ਬਹੁਤ ਜ਼ਿਆਦਾ ਬਲੱਡ ਵੀ ਨਿਕਲ ਜਾਂਦਾ ਬੰਦੇ ਦਾ। ਤਾਂ ਇਸ ਤਰ੍ਹਾਂ ਦੀਆਂ ਬਿਮਾਰੀਆਂ ਹੋ ਜਾਂਦੀਆਂ ਸੀ। ਹਾਈ ਫੀਵਰ ਹੋ ਜਾਂਦਾ ਸੀ, ਬਹੁਤ ਜ਼ਿਆਦਾ ਬੁਖਾਰ, ਟਿਊਬਰਕਲੋਸਿਸ, TB ਦੀ ਬਿਮਾਰੀ ਹੋ ਜਾਂਦੀ ਸੀ, ਐਂਡ ਐਸਥਮਾ ਅਤੇ ਦਮੇ ਦੀ ਬਿਮਾਰੀਆਂ ਵੀ ਹੋ ਜਾਂਦੀਆਂ ਸੀ। ਅਤੇ ਇੱਥੇ ਇਨਐਡੀਕੁਏਟ ਫੂਡ ਮਿਲਦਾ ਸੀ। ਇਨਐਡੀਕੁਏਟ ਦਾ ਮਤਲਬ ਤੁਹਾਡੇ ਇੱਥੇ ਲਿਖਿਆ ਹੋਇਆ ਜੀ ਇਨਕੰਪੀਟੈਂਟ ਔਰ ਨਾਟ ਇਨਫ, ਜਦੋਂ ਪੂਰੀ ਤਰ੍ਹਾਂ ਖਾਣਾ ਖਾਣ ਨੂੰ ਨਹੀਂ ਮਿਲਦਾ, ਵਧੀਆ ਵੀ ਨਹੀਂ ਹੁੰਦਾ ਅਤੇ ਪੂਰਾ ਵੀ ਨਹੀਂ ਮਿਲਦਾ, ਤਾਂ ਅਸੀਂ ਉਸ ਨੂੰ ਇਨਐਡੀਕੁਏਟ ਫੂਡ ਕਹਿੰਦੇ ਹਾਂ। ਅਤੇ ਇੱਥੇ ਮੋਸਕੀਟੋਸ ਤਾਂ ਹੁੰਦੇ ਹੀ ਸੀ, ਮੱਛਰ ਤਾਂ ਹੁੰਦੇ ਹੀ ਸੀ ਇਸ ਤਰ੍ਹਾਂ ਦੇ ਵਾਤਾਵਰਨ ਦੇ ਵਿੱਚ। ਬਲੱਡ ਸਕਿੰਗ ਲੀਚੀਜ਼ ਵੀ ਹੁੰਦੀਆਂ ਸੀ। ਨਾ ਲੀਚੀਜ਼ ਦਾ ਮਤਲਬ ਹੁੰਦਾ ਬੱਚਿਓ ਜੌਂਕ, ਜਿਹੜੀਆਂ ਕਿ ਖੂਨ ਪੀਣ ਵਾਲੀਆਂ ਜੌਂਕਾਂ ਹੁੰਦੀਆਂ ਨੇ, ਉਹ ਵੀ ਇੱਥੇ ਹੁੰਦੀਆਂ ਸੀ ਇਸ ਸੈਲੂਲਰ ਜੇਲ੍ਹ ਦੇ ਵਿੱਚ। ਗਲੋਸਰੀ ਦੇ ਵਿੱਚ ਵੀ ਲੀਚ ਲਿਖਿਆ ਹੋਇਆ ਜੀ ਕਿ ਅ ਸਮॉल worm that usually lives in water and that attaches itself to other creatures and sucks their blood। ਇੱਕ ਛੋਟਾ ਜਿਹਾ ਜੀਵ ਹੁੰਦਾ ਹੈ ਜੀ ਜਿਹੜਾ ਆਮ ਤੌਰ 'ਤੇ ਤਾਂ ਵਾਟਰ ਵਿੱਚ ਰਹਿੰਦਾ ਹੈ, ਪਾਣੀ ਦੇ ਵਿੱਚ ਰਹਿੰਦਾ ਹੈ, ਪਰ ਉਹ ਬਾਕੀ ਜੀਵਾਂ ਦੇ ਨਾਲ ਆਪਣੇ ਆਪ ਨੂੰ ਅਟੈਚ ਕਰ ਲੈਂਦਾ ਹੈ ਅਤੇ ਫਿਰ ਉਸ ਦੇ ਬਲੱਡ ਦੇ ਉੱਪਰ ਇਹਦਾ ਗੁਜ਼ਾਰਾ ਹੁੰਦਾ ਹੈ। ਤਾਂ ਇੰਨਾ ਭੈੜਾ ਵਾਤਾਵਰਨ ਸੀਗਾ ਜੀ ਸੈਲੂਲਰ ਜੇਲ੍ਹ ਦਾ। ਇਸੇ ਕਰਕੇ ਤਾਂ ਫਿਰ ਇਸ ਨੂੰ ਕਾਲਾ ਪਾਣੀ ਜੇਲ੍ਹ ਕਿਹਾ ਜਾਂਦਾ ਸੀ, ਦਾ ਡੈਵਿਲਸ ਆਈਲੈਂਡ ਕਿਹਾ ਜਾਂਦਾ ਸੀ। Working on the oil mill Kolu to extract a minimum of 30 pounds of coconut oil and pounding coconut husk to produce coir, threads, etc. constituted daily rounds of hard labor। ਹੁਣ ਇਹਨਾਂ ਤੋਂ ਸਖਤ ਕੰਮ ਕਰਾਇਆ ਜਾਂਦਾ ਸੀਗਾ ਜੀ ਕੈਦੀਆਂ ਤੋਂ, ਅਤੇ ਇਹਨਾਂ ਦੇ ਸਖਤ ਮਿਹਨਤ ਦੇ ਡੇਲੀ ਰਾਊਂਡ ਲੱਗਦੇ ਸੀਗੇ। ਅਤੇ ਇਹਨਾਂ ਰਾਊਂਡਸ ਦੇ ਵਿੱਚ ਕੀ ਸ਼ਾਮਿਲ ਹੁੰਦਾ ਸੀਗਾ ਜੀ, ਇਹਨਾਂ ਨੂੰ ਓਇਲ ਮਿਲ ਜਿਹਨੂੰ ਕਿ ਅਸੀਂ ਪੰਜਾਬੀ 'ਚ ਕੋਲੂ ਕਹਿੰਦੇ ਹਾਂ, ਉਹਦੇ ਉੱਪਰ ਕੰਮ ਕਰਾਇਆ ਜਾਂਦਾ ਸੀਗਾ ਜੀ। ਉਸ ਕੋਲੂ ਨੂੰ ਚਲਾ ਕੇ ਇਹਨਾਂ ਨੇ ਜਿਹੜਾ ਨਾਰੀਅਲ ਦੇ ਤੇਲ ਦੇ 30 ਪਾਊਂਡਸ ਕੱਢਣੇ ਹੁੰਦੇ ਸੀਗੇ, ਅਤੇ ਫਿਰ ਇਹਨਾਂ ਨੂੰ ਉਸ ਨਾਰੀਅਲ ਦੇ ਤੇਲ ਦਾ ਜਿਹੜਾ ਛਿੱਲੜ ਹੁੰਦਾ ਸੀਗਾ ਉਸ ਨੂੰ ਪਾਊਂਡ ਕਰਨਾ ਪੈਂਦਾ ਸੀ, ਮਤਲਬ ਕਿ ਕੁੱਟਣਾ ਪੈਂਦਾ ਸੀਗਾ, ਅਤੇ ਉਸ ਨੂੰ ਕੁੱਟ ਕੇ ਉਸ ਦੇ ਫਾਈਬਰ ਦੇ ਥ੍ਰੈਡ ਬਣਾਉਣੇ ਪੈਂਦੇ ਸੀ। ਕੋਇਰ ਦਾ ਮਤਲਬ ਹੁੰਦਾ ਬੱਚਿਓ ਕਿ ਜਿਹੜਾ ਨਾਰੀਅਲ ਦਾ ਛਿਲਕਾ ਹੁੰਦਾ ਉਸ ਨੂੰ ਜਦੋਂ ਆਪਾਂ ਕਾਫੀ ਜ਼ਿਆਦਾ ਬੀਟ ਕਰਦੇ ਹਾਂ, ਕੁੱਟਦੇ ਹਾਂ, ਤਾਂ ਉਸ ਦੇ ਨਾਲ ਫਿਰ ਉਹਦਾ ਫਾਈਬਰ ਬਣ ਜਾਂਦਾ ਹੈ, ਇੱਕ ਥ੍ਰੈਡ ਬਣ ਜਾਂਦਾ ਹੈ, ਅਤੇ ਫਿਰ ਉਹ ਕਈ ਜਗ੍ਹਾ ਕੰਮ ਆਉਂਦਾ ਹੈ। ਤਾਂ ਇਹ ਕੰਮ ਕਰਨੇ ਪੈਂਦੇ ਸੀਗੇ ਜੀ ਇਹਨਾਂ ਨੂੰ, ਜਿਵੇਂ ਕਿ ਤੁਸੀਂ ਬੱਚਿਓ ਪਿਕ ਦੇ ਵਿੱਚ ਵੀ ਦੇਖ ਪਾ ਰਹੇ ਹੋ। ਤਾਂ ਤੁਹਾਡੀ ਗਲੋਸਰੀ ਦੇ ਵਿੱਚ ਵੀ ਬੱਚਿਓ ਕੋਲੂ ਦੇ ਬਾਰੇ ਦੱਸਿਆ ਹੋਇਆ, ਕਹਿੰਦੇ ਅ ਕਰੂਡ ਰੂਰਲ ਡਿਵਾਈਸ ਫॉर ਐਕਸਟ੍ਰੈਕਟਿੰਗ ਆਇਲ ਫਰੋਮ ਦਾ ਸੀਡਸ। ਕਹਿੰਦੇ ਇਹ ਇੱਕ ਪਿੰਡਾਂ 'ਚ ਯੂਜ਼ ਹੋਣ ਵਾਲੀ ਡਿਵਾਈਸ ਹੈ ਜੀ, ਔਜ਼ਾਰ ਹੈ, ਜਿਸ ਦੇ ਵਿੱਚ ਕੀ ਹੁੰਦਾ ਹੈ ਕਿ ਬੀਜਾਂ ਤੋਂ ਤੇਲ ਕੱਢਿਆ ਜਾਂਦਾ ਹੈ। ਤਾਂ ਦਿਸ ਮਸ਼ੀਨ ਵਾਸ ਪੁਲਡ ਬਾਏ ਬਲਕਸ। ਆਮ ਤੌਰ 'ਤੇ ਪਿੰਡਾਂ ਦੇ ਵਿੱਚ ਇਸ ਮਸ਼ੀਨ ਨੂੰ ਕਿਹਦੇ ਨਾਲ ਚਲਾਇਆ ਜਾਂਦਾ ਸੀਗਾ, ਬਲਕਸ ਦੇ ਨਾਲ, ਬਲਦਾਂ ਦੇ ਨਾਲ। ਇਨ ਪਲੇਸ ਆਫ ਬਲਕਸ ਫਰੀडम ਫਾਈਟਰਸ ਵਰ ਫੋਰਸਡ ਟੂ ਵਰਕ ਐਜ਼ ਅ ਡਿਵਾਈਸ ਟੂ ਪਨਿਸ਼ ਐਂਡ ਟੋਰਚਰ ਦੈਮ। ਤਾਂ ਹੁਣ ਜਿਹੜੇ ਸਾਡੇ ਇੱਥੇ ਗਦਰੀ ਬਾਬੇ ਰੱਖੇ ਹੋਏ ਸੀ, ਜਾਂ ਹੋਰ ਜਿਹੜੇ ਕ੍ਰਾਂਤੀਕਾਰੀ ਇੱਥੇ ਸੈਲੂਲਰ ਜੇਲ੍ਹ ਦੇ ਵਿੱਚ ਰੱਖੇ ਹੋਏ ਸੀ, ਉਹਨਾਂ ਨੂੰ ਪਨਿਸ਼ ਕਰਨ ਦੇ ਲਈ, ਸਜ਼ਾ ਦੇਣ ਦੇ ਲਈ, ਟੌਰਚਰ ਕਰਨ ਦੇ ਲਈ ਕੋਲੂ ਦੇ ਬੈਲ ਦੀ ਥਾਂ 'ਤੇ ਇਹਨਾਂ ਤੋਂ ਕੋਲੂ ਚਲਵਾਇਆ ਜਾਂਦਾ ਸੀ। ਹੁਣ ਤੁਸੀਂ ਅੰਦਾਜ਼ਾ ਲਗਾਓ ਬੱਚਿਓ ਕਿਸ ਤਰ੍ਹਾਂ ਟੌਰਚਰ ਹੁੰਦੇ ਸੀਗੇ ਕਿ ਜਿਹੜੇ ਕੰਮ ਬੈਲ ਕਰਦੇ ਸੀਗੇ ਸਾਡੇ ਭਾਰਤ ਦੇਸ਼ ਦੇ ਵਿੱਚ, ਉਹਨਾਂ ਦੀ ਥਾਂ 'ਤੇ ਇਹ ਕ੍ਰਾਂਤੀਕਾਰੀਆਂ ਨੂੰ ਲਗਾ ਕੇ ਇਹ ਸਾਰੇ ਕੰਮ ਕਰਵਾਏ ਜਾਂਦੇ ਸੀ। ਤਾਂ ਬੱਚਿਓ ਇੱਥੇ ਇੱਕ ਸ਼ਬਦ ਆਇਆ ਪਾਊਂਡ। ਤਾਂ ਪਾਊਂਡ ਦੋ ਜਗ੍ਹਾ ਯੂਜ਼ ਹੋਇਆ, ਦੇਖੋ ਇੱਕ ਤਾਂ 30 ਪਾਊਂਡਸ ਵਾਲੀ ਜਗ੍ਹਾ 'ਤੇ ਯੂਜ਼ ਹੋਇਆ, ਇੱਕ ਇੱਥੇ ਪਾਊਂਡਿੰਗ ਕੋਕੋਨਟ ਹਸਕ ਯੂਜ਼ ਹੋਇਆ। ਤਾਂ ਬੱਚੇ ਇੱਥੇ ਜਿਹੜਾ ਪਾਊਂਡ ਸ਼ਬਦ ਹੈ ਇਹ ਦੋ ਤਰੀਕੇ ਨਾਲ ਯੂਜ਼ ਹੋਇਆ। ਇੱਕ ਵਾਰੀ ਤਾਂ ਐਜ਼ ਅ ਨਾਊਨ ਯੂਜ਼ ਹੋਇਆ, 30 ਪਾਊਂਡਸ ਵਾਲਾ ਜਿਹੜਾ ਵਰਡ ਹੈ ਇਹ ਨਾਊਨ ਦੇ ਤੌਰ 'ਤੇ ਹੈ, ਲੇਕਿਨ ਇੱਥੇ ਜਿਹੜਾ ਪਾਊਂਡਿੰਗ ਸ਼ਬਦ ਹੈ ਇਹ ਵਰਬ ਦੇ ਤੌਰ 'ਤੇ। ਤਾਂ ਇਸ ਦੇ ਬਾਰੇ ਤੁਹਾਨੂੰ ਗਲੋਸਰੀ ਦੇ ਵਿੱਚ ਵੀ ਦੱਸਿਆ ਗਿਆ, ਲੇਕਿਨ ਥੋੜ੍ਹਾ ਜਿਹਾ ਇੱਥੇ ਗਲੋਸਰੀ ਦੇ ਵਿੱਚ ਬੱਚਿਓ ਮਿਸਟੇਕ ਹੋ ਗਈ। ਮੇਰੇ ਹਿਸਾਬ ਨਾਲ ਇੱਥੇ ਵਰਬ ਦੀ ਥਾਂ 'ਤੇ ਨਾਊਨ ਆਉਣਾ ਚਾਹੀਦਾ ਸੀ, ਬਿਕੋਜ਼ ਐਜ਼ ਅ ਵਰਬ ਦਾ ਮਤਲਬ ਹੁੰਦਾ ਹੈ, ਪਾਊਂਡ ਦਾ ਮਤਲਬ ਹੁੰਦਾ ਹੈ ਜੀ ਕਿਸੇ ਚੀਜ਼ ਨੂੰ ਕੁੱਟਣਾ, ਜਿਵੇਂ ਕਿ ਕੋਕੋਨਟ ਦੇ ਛਿੱਲੜ ਨੂੰ ਕੁੱਟ ਕੇ ਉਸਦੇ ਫਾਈਬਰ ਬਣਾਏ ਜਾਂਦੇ ਨੇ। ਲੇਕਿਨ ਨਾਊਨ ਦੇ ਤੌਰ 'ਤੇ ਦਾ ਮਤਲਬ ਹੋਣਾ ਚਾਹੀਦਾ ਬੱਚਿਓ ਬ੍ਰਿਟਿਸ਼ ਮੈਜ਼ਰ ਆਫ ਵੇਟ ਵਿਚ ਇਜ਼ ਇਕੁਅਲ ਟੂ 0.454 ਕਿਲੋਗ੍ਰਾਮ। ਤਾਂ ਬੱਚਿਓ 1 ਪਾਊਂਡ 0.454 ਕਿਲੋਗ੍ਰਾਮ ਦੇ ਬਰਾਬਰ ਹੁੰਦਾ ਹੈ। ਤੇ ਇੱਥੇ ਬੱਚਿਓ ਐਜ਼ ਅ ਨਾਊਨ ਯੂਜ਼ ਹੋਇਆ, ਨਾ ਕਿ ਵਰਬ। ਵਰਬ ਦੇ ਤੌਰ 'ਤੇ ਪਾਊਂਡ ਦਾ ਮਤਲਬ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਕਿ ਕਿਸੇ ਚੀਜ਼ ਨੂੰ ਕੁੱਟ ਕੇ ਉਸਦੇ ਫਾਈਬਰ ਬਣਾਏ ਜਾਂਦੇ ਨੇ। ਇਫ ਦਾ ਕੁਆਂਟਿਟੀ ਪ੍ਰੋਡਿਊਸਡ ਵਾਜ਼ ਲੈਸ, ਫਿਲਥੀ ਅਬਿਊਜ਼ ਅਪ ਟੂ 30 ਲੈਸ਼ਿਜ਼ ਆਫ ਅ ਵਿਪ ਇਨ ਪਬਲਿਕ, ਲਾਊਡ ਕਰਾਈਜ਼ ਐਂਡ ਬਲੱਡ ਓਜ਼ਿੰਗ from the skin were a part of the patently revolting experience। ਹੁਣ ਤੁਹਾਨੂੰ ਪਤਾ ਬੱਚਿਓ ਕਿ ਜਦੋਂ ਉਹਨਾਂ ਤੋਂ ਕੋਲੂ ਦਾ ਕੰਮ ਕਰਾਇਆ ਜਾਂਦਾ ਸੀ, ਉਹਨਾਂ ਨੂੰ 30 ਪਾਊਂਡ ਆਫ ਕੋਕੋਨਟ ਆਇਲ ਇਹ ਕੱਢਣਾ ਪੈਂਦਾ ਸੀ। ਜੇਕਰ ਇਹ ਮਾਤਰਾ ਘਟਦੀ ਸੀ, ਇਫ ਦਾ ਕੁਆਂਟਿਟੀ ਪ੍ਰੋਡਿਊਸਡ ਵਾਜ਼ ਲੈਸ, ਜੇਕਰ ਇਹ ਕੁਆਂਟਿਟੀ ਘੱਟ ਹੁੰਦੀ ਸੀ, ਕੁਆਂਟਿਟੀ ਕਿਹੜੀ ਸੀਗੀ, ਇਹੀ 30 ਪਾਊਂਡਸ।
ਜੇਕਰ ਤੇਲ ਦੀ ਮਾਤਰਾ 30 ਪਾਉਂਡ ਤੋਂ ਘੱਟ ਹੁੰਦੀ ਸੀ ਫਿਰ ਕੀ ਹੁੰਦਾ ਸੀ? ਫਿਲਥੀ ਅਬਿਊਜ਼। ਨਾਓ ਫਿਲਥੀ ਦਾ ਮਤਲਬ ਹੁੰਦਾ ਬੱਚਿਓ ਡਰਟੀ, ਬਹੁਤ ਹੀ ਗੰਦੀਆਂ ਗਾਲਾਂ ਉਹਨਾਂ ਨੂੰ ਕੱਢੀਆਂ ਜਾਂਦੀਆਂ ਸੀ। ਅਬਿਊਜ਼ ਦਾ ਮਤਲਬ ਗਾਲਾਂ ਕੱਢਣੀਆਂ। ਅਪ ਟੂ 30 ਲੈਸ਼ਿਜ਼ ਆਫ ਅ ਵਿਪ ਇਨ ਪਬਲਿਕ, ਅਤੇ ਫਿਰ ਪਬਲਿਕਲੀ ਮਤਲਬ ਕਿ ਪੂਰੇ ਲੋਕਾਂ ਦੇ ਅੱਗੇ ਇੱਕ ਤਮਾਸ਼ਾ ਬਣਾ ਕੇ ਉਹਨਾਂ ਨੂੰ 30 ਚਾਬੁਕ ਮਾਰੇ ਜਾਂਦੇ ਸੀ। ਲੈਸ਼ਿਜ਼ ਆਫ ਅ ਵਿਪ ਦਾ ਮਤਲਬ ਇੱਥੇ ਚਾਬੁਕ ਮਾਰਨਾ ਹੈ ਜੀ। ਲਾਊਡ ਕਰਾਈਜ਼ ਐਂਡ ਬਲੱਡ ਊਜ਼ਿੰਗ ਫਰੋਮ ਦਾ ਸਕਿਨ। ਹੁਣ ਜਦੋਂ ਉਹਨਾਂ 'ਤੇ ਚਾਬੁਕ ਮਾਰੇ ਜਾਂਦੇ ਸੀ ਤਾਂ ਫਿਰ ਚਿੱਕਾਂ ਵੱਜਦੀਆਂ ਸੀ ਉੱਚੀ ਉੱਚੀ, ਅਤੇ ਉਹਨਾਂ ਦੀ ਸਕਿਨ ਤੋਂ, ਰੈਵੋਲੂਸ਼ਨਰੀਜ਼ ਜਿਹੜੇ ਸਾਡੇ ਕ੍ਰਾਂਤੀਕਾਰੀ ਸੀ, ਉਹਨਾਂ ਦੀ ਚਮੜੀ ਤੋਂ ਬਲੱਡ ਊਜ਼ ਕਰਕੇ ਨਿਕਲਦਾ ਸੀ ਨਾ। ਬਲੱਡ ਦਾ ਮਤਲਬ ਲਹੂ, ਊਜ਼ ਦਾ ਮਤਲਬ ਹੁੰਦਾ ਬੱਚਿਓ ਵਗਣਾ। ਇਹ ਵਰਬ ਹੁੰਦੀ ਹੈ OOZE, ਇਹ ਵਰਬ ਹੁੰਦੀ ਹੈ ਜੀ। ਇੱਥੇ ਈ ਕੱਟ ਕੇ ING ਲਾਈ ਹੋਈ ਹੈ। ਤਾਂ ਊਜ਼ਿੰਗ ਦਾ ਮਤਲਬ ਹੈ ਕਿ ਉਹਨਾਂ ਦੀ ਸਕਿਨ ਦੇ ਵਿੱਚੋਂ ਦੀ ਜਿਹੜਾ ਬਲੱਡ ਚਾਬੁਕ ਮਾਰਨ ਕਰਕੇ ਵਗਦਾ ਸੀ। ਤਾਂ ਇਹ ਸਭ ਦੇਖਦੇ ਸੀ ਲੋਕ, ਅਤੇ ਇਹ ਪੇਟੈਂਟਲੀ ਰਿਵੋਲਟਿੰਗ ਐਕਸਪੀਰੀਅੰਸ ਸੀ, ਅਤੇ ਇਹ ਸਪਸ਼ਟ ਤੌਰ 'ਤੇ ਦੇਖਣ ਵਾਲਾ ਕ੍ਰਾਂਤੀਕਾਰੀਆਂ ਦਾ ਵਿਦਰੋਹੀ ਤਜਰਬਾ ਹੁੰਦਾ ਸੀ, ਕਿਉਂਕਿ ਉਹ ਵਿਦਰੋਹ ਕਰਦੇ ਸੀਗੇ। ਤਾਂ ਇਸ ਕਰਕੇ ਫਿਰ ਉਹਨਾਂ ਦੀਆਂ ਚੀਕਾਂ ਵੱਜਦੀਆਂ ਸੀ, ਉਹਨਾਂ ਨੂੰ ਮਾਰਿਆ ਜਾਂਦਾ ਸੀ, ਕੁੱਟਿਆ ਜਾਂਦਾ ਸੀ। ਅਤੇ ਇਹ ਪੇਟੈਂਟਲੀ ਦਾ ਮਤਲਬ ਹੁੰਦਾ ਜੀ ਸਪਸ਼ਟ। ਇਹ ਜਿਹੜਾ ਤਜਰਬਾ ਹੁੰਦਾ ਸੀ ਕ੍ਰਾਂਤੀਕਾਰੀਆਂ ਦਾ, ਇਹ ਸਾਰੇ ਲੋਕਾਂ ਨੂੰ ਸਪਸ਼ਟ ਦਿਖਦਾ ਸੀਗਾ ਕਿ ਕਿਸ ਤਰ੍ਹਾਂ ਉਹਨਾਂ ਦੀ ਮਾਰ ਕੁਟਾਈ ਹੁੰਦੀ ਸੀ, ਉਹਨਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਸੀ। ਹੁਣ ਇੱਥੇ ਬੱਚਿਓ ਗਲੋਸਰੀ ਦੇ ਵਿੱਚ ਫਿਲਥੀ ਦਾ ਮਤਲਬ ਵੀ ਲਿਖਿਆ ਹੋਇਆ ਹੈ। ਫਿਲਥੀ ਇਜ਼ ਐਨ ਐਡਜੈਕਟਿਵ, ਕਹਿੰਦੇ ਵੈਰੀ ਡਰਟੀ ਐਂਡ ਅਨਪਲੈਜ਼ੈਂਟ ਸਬਸਟੈਂਸ, ਬਹੁਤ ਹੀ ਖਰਾਬ ਜਿਹੜੀ ਚੀਜ਼ ਹੋਵੇ। ਇੱਥੇ ਅਬਿਊਜ਼ ਦੇ ਅੱਗੇ ਫਿਲਥੀ ਲੱਗਿਆ, ਮਤਲਬ ਕਿ ਉਹਨਾਂ ਨੂੰ ਬਹੁਤ ਹੀ ਮਾੜੀਆਂ ਗਾਲਾਂ ਕੱਢੀਆਂ ਜਾਂਦੀਆਂ ਸੀ। ਵਿਦ ਈਚ ਵਨ ਆਫ ਦਾ ਪੈਟਰੀਓਟਿਕ ਪ੍ਰਿਜ਼ਨਰ ਕਨਫਾਈਨਡ ਟੂ ਅ ਸਮਾਲ ਡਿੰਜੀ ਸੈੱਲ, ਕਮਿਊਨੀਕੇਸ਼ਨ ਬਿਟਵੀਨ ਦਾ ਪ੍ਰਿਜ਼ਨਰਸ ਵਾਸ ਟੋਟਲੀ ਡਿਸਅਲਾਊਡ। ਹੁਣ ਤੁਹਾਨੂੰ ਪਤਾ ਹੈ ਕਿ ਬੱਚਿਓ ਇਹਨਾਂ ਕੈਦੀਆਂ ਨੂੰ ਇੱਕ ਬਹੁਤ ਹੀ ਛੋਟੇ ਜਿਹੇ ਸੈੱਲ 'ਚ ਰੱਖਿਆ ਜਾਂਦਾ ਸੀ। ਇਸ ਦਾ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਹੈ। ਇਹ ਸੈੱਲ ਸਿਰਫ 13x7 ਦਾ ਇੱਕ ਛੋਟਾ ਜਿਹਾ ਕਮਰਾ ਹੁੰਦਾ ਸੀ, ਜੋ ਕਿ ਚਾਰੇ ਪਾਸਿਓਂ ਦੀਵਾਰਾਂ ਨਾਲ ਘਿਰਿਆ ਹੁੰਦਾ ਸੀ। ਸਿਰਫ ਇੱਕ ਜਗ੍ਹਾ ਡੋਰ ਲੱਗਿਆ ਹੁੰਦਾ ਸੀ ਜੋ ਕਿ ਲੋਹੇ ਦਾ ਹੁੰਦਾ ਸੀ। ਤਾਂ ਉਹ ਬਹੁਤ ਹੀ ਡਿੰਜੀ ਸੈੱਲ ਨਾ। ਡਿੰਜੀ ਦਾ ਮਤਲਬ ਫਿਰ ਇੱਥੇ ਤੁਹਾਡੀ ਗਲੋਸਰੀ 'ਚ ਲਿਖਿਆ ਡਾਰਕ ਐਂਡ ਡਰਟੀ, ਕਿਉਂਕਿ ਰੋਸ਼ਨੀ ਤਾਂ ਕਿਤੋਂ ਆਣੀ ਹੋ ਨਹੀਂ। ਤਾਂ ਡਾਰਕ ਵੀ ਹੋ ਗਿਆ, ਹਨੇਰਾ ਵੀ ਹੋ ਗਿਆ ਉਸ ਸੈੱਲ ਦੇ ਵਿੱਚ, ਉਸ ਕਮਰੇ ਦੇ ਵਿੱਚ, ਛੋਟੇ ਜਿਹੇ ਕਮਰੇ ਦੇ ਵਿੱਚ, ਅਤੇ ਉਹ ਡਰਟੀ ਵੀ ਹੈ, ਬਹੁਤ ਹੀ ਜ਼ਿਆਦਾ ਗੰਦਾ ਵੀ ਹੈ, ਕਿਸੇ ਤਰ੍ਹਾਂ ਦੀ ਕੋਈ ਸਫਾਈ ਨਹੀਂ ਸੀ ਹੁੰਦੀ। ਤਾਂ ਇਹ ਜਿਹੜੇ ਸਾਡੇ ਦੇਸ਼ ਭਗਤ ਕੈਦੀ ਸੀ, ਇਹਨਾਂ ਨੂੰ ਕਨਫਾਈਨ ਕੀਤਾ ਜਾਂਦਾ ਸੀ ਨਾ। ਕਨਫਾਈਨ ਦਾ ਮਤਲਬ ਹੁੰਦਾ ਜੀ ਕੈਦ ਵਿੱਚ ਰੱਖਣਾ, ਅਤੇ ਕਨਫਾਈਨ ਦੇ ਨਾਲ ਹਮੇਸ਼ਾ ਟੂ ਪ੍ਰੈਪੋਜੀਸ਼ਨ ਆਉਂਦੀ ਹੈ, ਇਹ ਧਿਆਨ ਰੱਖਣਾ। ਅਤੇ ਇਹਨਾਂ ਨੂੰ ਇੱਕ ਛੋਟੇ ਜਿਹੇ ਗੰਦੇ ਜਿਹੇ ਸੈੱਲ 'ਚ ਰੱਖਿਆ ਜਾਂਦਾ ਸੀ, ਅਤੇ ਕਿਉਂਕਿ ਚਾਰੇ ਪਾਸੇ ਦੀਵਾਰਾਂ ਨੇ, ਲੋਹੇ ਦਾ ਦਰਵਾਜ਼ਾ ਲੱਗਿਆ ਹੋਇਆ ਹੈ, ਤਾਂ ਕਮਿਊਨੀਕੇਸ਼ਨ ਬਿਟਵੀਨ ਦਾ ਪ੍ਰਿਜ਼ਨਰ ਵਾਸ ਟੋਟਲੀ ਡਿਸਅਲਾਊਡ। ਕੈਦੀਆਂ ਦੇ ਵਿਚਕਾਰ ਕੋਈ ਵੀ ਕਮਿਊਨੀਕੇਸ਼ਨ ਮਤਲਬ ਗੱਲਬਾਤ ਨਹੀਂ ਸੀ ਹੋ ਸਕਦੀ, ਅਤੇ ਜੇ ਹੁੰਦੀ ਵੀ ਸੀ ਬਾਹਰ ਅੰਦਰ ਤਾਂ ਉਹ ਡਿਸਅਲਾਊਡ ਸੀ, ਮਤਲਬ ਕਿ ਉਹਨਾਂ ਦੀ ਮਨਾਹੀ ਸੀ। ਕੈਦੀ ਆਪਸ 'ਚ ਗੱਲ ਵੀ ਨਹੀਂ ਸੀ ਕਰ ਸਕਦੇ।